वाहिगुरु जी का खालसा वाहिगुरु जी की फतेह। दीन दुनिया दे मालक शब्द गुरु श्री गुरु ग्रंथ साहिब जियां दी पावन निगी गोद विच बड़े ही प्रेम सहित संध्या के दीवाना विच आप जी जुड़ बैठे हो। आओ जिन्ना भी समा सतगुरां की कृपा नाल प्राप्त हो रहा है, गुरु प्रेम विच भिज के इनू सफला बनाइए। कल के प्रकरणा विच आप जी ने सरवण किया, पहले पातशाह गुरु नानक साहब महाराज बचपन की लीला बता रहे ने। पिता का कहना मन सतगुरु जी गावां ते मझां नूं चारन लई आए ने। हर रोज पशुआं नूं चारदे ने, शामी घर मुड़ आउंदे ने। एक दिन ऐसा आया, दोपहर का समय, अपने आनंद विच सतगुरु विराजमान हैं। चार गाह दे विचों निकल के गावां मझां किसी जिमींदार के खेत विच जा वड़ीआं। पशुआं ने चंगा उजाड़ा कीता है। किसी ने जा करके जिमींदार नूं दस्सिया, तू घर बैठा, तेरी ते फसल उजड़ गई। दौड़िया दौड़िया आया, आके पशुआं नूं अपनी गिरफ्त विच लिया। रौला सुन के गुरु नानक पातशाह उठे ने, चल के खेत विच पशु कढण आए। गुस्से विच जिमींदार तो जिन्ना बुरा भला कह होया उन्हें कहा। पहला ते सतगुरु शांत रहे, फिर प्यार की बेनती करके आखदे ने, भलिया पुरुषा जो होना सी हो गया, हुण कुछ नहीं होना। रौला पाया तो इन्हां मासूमां दा की दोष है। गुरु साहब की बांह फड़ के अपने खूह ते लै गया। कहता काका, दोष ते हुण तू दसेगा भी किहदा की सी। पुत्तां वर्गी फसल मेरी सारी उजाड़ दी है, उत्तों मैनूं ज्ञान सुणाउणा। बड़ी कोशिश गुरु साहब ने की, बार बार जिमींदार नूं समझाउण दी, पर लोहा लाखा होया पिया गुस्से विच। जिन्ने उहने अपशब्द बोलने सी बोल लए। कहता मैं हरजाना लैना, मुआवजा चाहिए। मेरी फसल पुत्तां तो वध के पाली होई सी, तू ते सत्यानाश कर दिता है। सतगुरु खूह दी मौन ते बैठे ने। जिमींदार होर जिमींदार साथियों के समेत शिकायत करनी चाहुंदा है। इन्हां सारे प्रकरणों आप जी ने बड़े विस्तार सहित सरवण किया है। आओ सुरत करके चलिए गुरुद्वारा क्यारा साहिब, जिथे मेरे पातशाह आप गावां ते मझां नूं चार रहे। पाओ प्रेम की सांझ गज बज के आखो जी, सतनाम श्री वाहिगुरु साहिब जी। सतनाम श्री वाहिगुरु साहिब जी। तजो तेन असबिद जी जाने, बीती की ना बिथार कहानी। खेत का मालिक जिमींदार सतगुरु गुरु नानक साहब सच्चे पातशाह नूं अणजाण जिहा बच्चा समझ के वध घट बोलदा।
ਆਸੇ ਪਾਸੇ ਦੇ ਜਿੰਨੇ ਗਵਾਂਢ ਵਿੱਚ ਖੇਤ ਸਨ, ਜ਼ਿਮੀਂਦਾਰ ਸਨ, ਉਹ ਕਹਿੰਦੇ ਭਾਈ ਇਹ ਤੇ ਝੱਲਾ ਏ, ਇਹਦੇ ਨਾਲ ਕੀ ਮੱਥਾ ਮਾਰਦਾ ਹੈ? ਇਹ ਤੇ ਘਰੇ ਵੀ ਕੰਮ ਦਾ ਨਹੀਂ, ਇੱਥੇ ਤੇਰੇ ਖੇਤ ਉਜਾੜੇ ਨੇ, ਕਿਹੜਾ ਨਵਾਂ ਕੰਮ ਹੈ ਇਹਦਾ? ਗੁਰੂ ਸਾਹਿਬ ਬੜੇ ਹੈਰਾਨ, ਸਾਰਾ ਹੀ ਜ਼ਮਾਨਾ ਖਿਲਾਫ ਹੋ ਗਿਆ। ਕੋਈ ਇੱਕ ਵੀ ਐਸਾ ਇਨਸਾਨ ਨਹੀਂ ਜੋ ਆਖੇ ਬੱਚਾ ਕੋਈ ਗੱਲ ਨਹੀਂ, ਕੋਈ ਨਹੀਂ ਬੋਲਿਆ। ਆਖਰਕਾਰ ਦੂਜੀ ਵਾਰ ਮਰਦ ਨੇ ਹੱਥ ਜੋੜੇ ਉਸ ਜ਼ਿਮੀਂਦਾਰ ਅੱਗੇ, ਕਹਿੰਦੇ ਬੀਤ ਗਿਆ, ਬੀਤ ਗਿਆ, ਹੋ ਗਿਆ ਸੋ ਹੋ ਗਿਆ। ਭਾਈ ਰੱਬ ਤੇ ਭਰੋਸਾ ਰੱਖ, ਤੇਰਾ ਨੁਕਸਾਨ ਜੋ ਹੋਇਆ ਉਹਦੀ ਪੂਰਤੀ ਪਰਮੇਸ਼ਰ ਕਰੂ। ਕਹਿੰਦਾ ਉਹ ਕਰੂ, ਹੁਣ ਤੇ ਰਾਏ ਬੁਲਾਰ ਕਰੂਗਾ। ਗੁੱਸੇ ਚ ਬੋਲਦਾ, ਵੇਖੋ ਗੁੱਸਾ ਜਾਇਜ਼ ਹੈ। ਜਿਹਦੀ ਸਾਰੀ ਫਸਲ ਖੇ ਖਰਾਬ ਹੋ ਗਈ, ਉੱਜੜ ਗਈ, ਜਿੰਨੀ ਕੁ ਪਸ਼ੂਆਂ ਦੇ ਚਰੀ ਹੈ ਉਨੀ ਕੁ ਪੈਰਾਂ ਨਾਲ ਖੁਰਾਂ ਨਾਲ ਲਗੜ ਦਿੱਤੀ ਹੈ, ਦੁਬਾਰਾ ਤੇ ਹੋਣੀ ਨਹੀਂ। ਮਰਦ ਕਹਿੰਦੇ ਛੱਡੋ ਸਾਰੀਆਂ ਗੱਲਾਂ, ਇਹ ਪਰਾ ਲੱਭ ਸੀ ਤੇਰੀ, ਕਿਸਮਤ ਸੀ ਤੇਰੀ, ਜ਼ਿਮੀਂਦਾਰ ਦੀ ਜੋ ਹੋਣਾ ਸੀ ਹੋ ਚੁੱਕਾ ਹੈ, ਹੁਣ ਕੁਝ ਵੀ ਹੋਣਾ ਨਹੀਂ। ਸੁਣੇ ਨਾ ਬਚ ਬਹਰੇ ਬੋ ਤੀਰਾ, ਜਹੇ ਕ੍ਰਿਸ਼ ਕੋ ਪਾਸ਼ੋਕ ਕਨੇਰਾ। ਉਸ ਜ਼ਿਮੀਂਦਾਰ ਨੂੰ ਤੇ ਸਦਮਾ ਲੱਗਿਆ, ਮੇਰੀ ਜ਼ਮੀਨ ਹਰੀ ਭਰੀ ਫਸਲ ਬਰਬਾਦ ਹੋ ਗਈ। ਕਹਿੰਦਾ ਬੱਚੇ ਗਿਆਨ ਨਾ ਸੁਣਾ ਮੈਨੂੰ, ਮੈਂ ਪਹਿਲਾਂ ਹੀ ਬੜਾ ਦੁਖੀ ਸੀ, ਤੂੰ ਹੋਰ ਦੁਖੀ ਕਰ ਦਿੱਤਾ। ਮਰਦ ਕਹਿੰਦੇ ਛੱਡ ਦਿਓ ਸਾਡੀਆਂ ਗਾਵਾਂ ਮੱਝਾਂ, ਇਹਨਾਂ ਦਾ ਕੀ ਕਸੂਰ ਆ, ਮੈਨੂੰ ਲੈ ਚਲੋ ਜਿੱਥੇ ਲੈ ਕੇ ਜਾਣਾ। ਕਹਿੰਦਾ ਨਹੀਂ, ਜਦ ਤੱਕ ਹਰਜ਼ਾਨਾ ਨਹੀਂ ਭਰੇਗਾ ਉਦੋਂ ਤੱਕ ਗਾਵਾਂ ਮੱਝਾਂ ਤੈਨੂੰ ਨਸੀਬ ਨਹੀਂ ਹੋਣੀਆਂ, ਨਾਲੇ ਜਾ ਤੂੰ ਵੀ ਕਿਤੇ ਨਹੀਂ ਸਕਦਾ। ਬਾਕੀ ਜ਼ਿਮੀਂਦਾਰਾਂ ਦੀ ਸਹਾਇਤਾ ਦੇ ਨਾਲ ਜਿੰਨੀਆਂ ਗਾਵਾਂ ਮੱਝਾਂ ਸੀ ਉਹਨੇ ਆਪਣੇ ਖੇਤ 'ਚ ਇਕੱਠੀਆਂ ਕਰ ਲਈਆਂ, ਵੀ ਹੁਣ ਉੱਜੜਦੇ ਗਿਆ ਖੇਤ, ਰਹਿ ਕੀ ਗਿਆ, ਪਰ ਜਾਣ ਨਹੀਂ ਦਿਆ। ਆਸੇ ਪਾਸੇ ਦੇ ਜ਼ਿਮੀਂਦਾਰ ਇਕੱਠੇ ਹੋ ਕੇ ਕਹਿੰਦੇ ਰਾਏ ਬੁਲਾਰ ਦੇ ਕੋਲ ਜਾਓ, ਇੱਥੋਂ ਦਾ ਰਾਜਾ ਹੈ, ਜਾ ਕੇ ਦੱਸੋ ਤੇ ਸਹੀ, ਕਿਉਂਕਿ ਆ ਜਿੰਨਾ ਨੁਕਸਾਨ ਹੋਇਆ ਕਿਸੇ ਇੱਕ ਅੱਧੇ ਏਕੜ ਦਾ ਨਹੀਂ ਹੋਇਆ, ਕਈ ਬੀਘਿਆਂ ਵਿੱਚ, ਕਈ ਕਿੱਲਿਆਂ ਵਿੱਚ। ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਗਾਵਾਂ ਮੱਝਾਂ ਫਿਰ ਗਈਆਂ, ਉਹਨਾਂ ਗਾਵਾਂ ਮੱਝਾਂ ਨੂੰ ਵੇਖ ਹੋਰ ਵੀ ਕਿਸੇ ਦੀਆਂ ਸੀ ਖਾ ਪੀ ਕੇ ਲੰਘ ਚੱਲੀਆਂ, ਤੇ ਗੁਰੂ ਸਾਹਿਬ ਆਰਾਮ ਚਲੇ। ਹੁਣ ਸਾਰਾ ਕਹਿ ਲੋ ਕੇਸ ਗੁਰੂ ਸਾਹਿਬ ਦੀ ਗੱਲ ਪੈ ਗਿਆ। ਬਾਕੀ ਤੇ ਆਪਣੀਆਂ ਗਾਵਾਂ ਮੱਝਾਂ ਲੈ ਕੇ ਚਲੇ ਗਏ ਨਾ, ਮੌਕੇ ਤੇ ਕੌਣ ਹੈ? ਗੁਰੂ ਨਾਨਕ ਪਾਤਸ਼ਾਹ। ਜ਼ਿਮੀਂਦਾਰ ਵੱਧ ਘੱਟ ਬੋਲਦਾ ਹੋਇਆ ਸਤਿਗੁਰਾਂ ਨੂੰ ਕਹਿੰਦਾ ਇੱਥੇ ਬੈਠੋ, ਜਾਣਾ ਕਿਤੇ ਨਹੀਂ। ਆਪਣੇ ਪੁੱਤਰ ਨੂੰ ਕੋਲ ਬਿਠਾਤਾ, ਸਾਥੀਆਂ ਨੂੰ ਕੋਲ ਬਿਠਾਤਾ, ਤੇ ਆਪ ਚੱਲਿਆ ਰਾਏ ਬੁਲਾਰ ਦੀ ਕਚਹਿਰੀ 'ਚ, ਜਿੱਥੇ ਪੰਚਾਇਤ ਬੈਠੀ ਹੈ। ਵੀ ਜੇ ਮੈਂ ਇਸ ਬੱਚੇ ਨੂੰ ਛੱਡ ਦਿੱਤਾ, ਗਾਵਾਂ ਮੱਝਾਂ ਭੇਜ ਦਿੱਤੀਆਂ, ਤੇ ਮੇਰੀ ਖੇਤੀ ਦਾ ਰਾਖਾ ਕੌਣ ਹੈ? ਮੈਨੂੰ ਮੁਆਵਜ਼ਾ ਕਿੱਥੋਂ ਮਿਲੇਗਾ? ਮੇਰੀ ਇਸ ਬਰਬਾਦੀ ਦੀ ਪੂਰਤੀ ਫਿਰ ਕੌਣ ਕਰੇਗਾ? ਝਗਰਤ ਝਗਰਤ ਪਹੁੰਚੇ ਤਹਿਵਾ, ਰਾਏ ਬੁਲਾਰੂ ਬੈਠਿਓ ਜੇਵਾ। ਕਹਿੰਦੇ ਕੋਈ ਵੀ ਬੰਦਾ ਗੁਰੂ ਸਾਹਿਬ ਦੇ ਹੱਕ 'ਚ ਆ ਕੇ ਨਹੀਂ ਖੜਿਆ। ਸੱਚ ਦੇ ਹੱਕ 'ਚ ਕੌਣ ਖੜਦਾ? ਕਲਯੁਗ ਦਾ ਜ਼ਮਾਨਾ ਹੈ। ਕਹਿਣ ਦੀਆਂ ਜਦ ਕੋਈ ਨਾ ਖੜਿਆ, ਮਰਦ ਬੇਪਰਵਾਹੀ ਨੇ ਕਹਿੰਦੇ ਵੇਖੀ ਜਾਓ ਜੋ ਹੋਊ। ਪਰਮਾਤਮਾ ਦੇ ਘਰ ਇਨਸਾਫ ਹੈ। ਕਹਿੰਦੇ ਜ਼ਿਮੀਂਦਾਰ ਗਾਲਾਂ ਕੱਢਦਾ, ਬੰਦਾ ਚੰਗਾ ਬੋਲਦਾ, ਰਾਏ ਬੁਲਾਰ ਦੀ ਕਚਹਿਰੀ 'ਚ ਆ ਗਿਆ। ਪੰਚਾਇਤ ਲੱਗੀ ਸੀ ਸੱਥ ਵਿੱਚ, ਰਾਏ ਬੁਲਾਰ ਸਾਹਿਬ ਉੱਚੀ ਥਾਂ ਤੇ ਬੈਠੇ ਨੇ, ਤੇ ਜ਼ਿਮੀਂਦਾਰ ਨੇ ਜਾ ਕੇ ਪਿੱਟਣਾ ਸ਼ੁਰੂ ਕਰਤਾ, ਦਹਾੜੇ ਮਾਰਨੇ ਸ਼ੁਰੂ ਕਰਤੇ। ਹਾਏ ਮਰ ਗਿਆ, ਮੈਂ ਬਰਬਾਦ ਹੋ ਗਿਆ, ਮੇਰੇ ਨਾਲ ਧੋਖਾ ਹੋ ਗਿਆ। ਕਹਿੰਦੇ ਰਾਏ ਬੁਲਾਰ ਸਾਹਿਬ ਪਹਿਲਾਂ ਹੀ ਕਿਸੇ ਗੱਲ ਤੋਂ ਖਫਾ ਸਨ। ਰਾਜ ਜਿਹੜੀ ਪੰਚਾਇਤ ਲੱਗੀ ਹੈ, ਪਹਿਲਾਂ ਹੀ ਕੋਈ ਇਹੋ ਜਿਹਾ ਮੁੱਦਾ ਚੱਲਦਾ ਸੀ ਜਿਹਦੇ ਵਿੱਚੋਂ ਪਰੇਸ਼ਾਨ ਸਨ। ਸੁਭਾਵਿਕ ਗੱਲ ਹੈ, ਕੋਈ ਬੰਦਾ ਪਰੇਸ਼ਾਨ ਆਫੀਸਰ ਬੈਠਾ, ਉਹਦੇ ਕੋਲ ਜਾ ਕੇ ਗੱਲ ਕਰੋਗੇ, ਨੁਕਸਾਨ ਕਰਾ ਲਓਗੇ। ਜ਼ਿਮੀਂਦਾਰ ਦਾ ਹੱਥੜੇ ਮਾਰਦਾ ਆਇਆ, ਸਾਰੀ ਸਭਾ ਨੇ ਇੱਧਰ ਉੱਧਰ ਵੇਖਿਆ। ਨਵਾਬ ਸਾਹਿਬ ਬੜੇ ਵੱਡੇ ਦਿਲ ਦੇ ਨੇ, ਤੇ ਇਮਾਨਦਾਰ ਬੜੇ ਆ, ਤੇ ਸਖਤ ਸੁਭਾਅ ਦੇ ਬੜੇ, ਕਿਉਂਕਿ ਸੱਚਾ ਪੱਕਾ ਇਨਸਾਨ ਹਮੇਸ਼ਾ ਸਖਤ ਹੀ ਹੁੰਦਾ ਹੈ। ਉਹਨੇ ਜਦੋਂ ਵੇਖਿਆ ਜ਼ਿਮੀਂਦਾਰ ਨੂੰ, ਜ਼ਿਮੀਂਦਾਰ ਤਾਂ ਹੱਥੜੇ ਲੱਗ ਗਿਆ, ਮਨ ਰੋਵੇ। ਕਹਿੰਦਾ ਨਵਾਬ ਸਾਹਿਬ ਮੈਂ ਉੱਜੜ ਗਿਆ ਜੀ, ਮੈਂ ਬਰਬਾਦ ਹੋ ਗਿਆ, ਮੇਰੇ ਤੇ ਬੱਚੇ ਮਰ ਜਾਣੇ ਆ। ਜਦੋਂ ਹੀ ਬੋਲੀਆਂ ਨਵਾਬ ਸਾਹਿਬ ਕਹਿੰਦੇ ਭਾਈ ਕੀ ਹੋਇਆ, ਦੁੱਖ ਤਕਲੀਫ ਕੀ ਹੈ?
क्योंकि जिहड़ा बंदा उच्ची चीख के दरबार विच बड़ेगा वो ज्यादा दुखी है। किसी का दुख घट होएगा, सहनशीलता च बंदा बैठे ही रहिंदा है। हुणे आपां वेखदे हां एमरजेंसी वार्ड दे विच हॉस्पिटल विच एक आम पेशेंट भी आउंदा है, बड़े सहज सुभाਅ बैठा हुंदा, एक चीका मारदा हुंदा डरदा। कहते जदों सब दा ध्यान पिया, पुरानियां गल्लां विसर गईयां, मुद्दा की चलदा है, गल की है। इस जिमीदार नूं कोल बुला के राय बुलार खान साहब आखण लगे, कहंदे भाई दस की हो गया तैनूं? सिर ते हथ मार कहंदा मैं लुटिया गया, मैं अज बर्बाद हो गया हां। राहिक ऊंचे कीन पुकारी, मोहे खेत सब दीन उजारी। राय बुलार साहब ने पूछया उच्ची आवाज विच, होया कि दस ते सही। कहंदा जी जो होना सी हो गया, मैं उजड़ गया। वो कहंदे दुख ते दस। कहंदा जी मेरी ते सारी खेती उजड़ गई। जिमीदार फसल दे सिर ते जिउंदा है, और जिमीदार किया ही तां जांदा है, ये कोई जातां करके थोड़ा जिमीदार हुंदा है। भी जे जट है ते फसल बहुत वड्डी है, जिमीदार दा मतलब जेड़ा जमीन नूं वाहुंदा है, बीजदा है, सिंजदा है, वो किसी भी जाति ते प्रजाति दा हो सकदा, वो जिमीदार है। हुण इस जिमीदार ने रौला पाया, कहंदा जनाब मेरी फसल लहलहाउंदी हरी भरी पग चढ़ गया। गावां ते मੱਝਾਂ ਦੇ बहुत ਵੱਡੇ ਸਮੂਹ ਗਰੁੱਪ ਨੂੰ ਕਹਿੰਦੇ ਵਗ। रायबुलार साहब कहते फिर की होया? कहते जी बचिया ही कुछ नहीं, सारी फसल तबाह हो गई। खान साहब कहते कौन है? कहता दसा की जी, जे मैं नाम लिया मैनू लगता तुसी कार्रवाई नहीं करनी, मेरे नाल गरीब मार हो जानी है। हुण खान साहब का एक सुभाਅ सी, वो किसी की परवाह नहीं सी करते, कोई मेरा रिश्तेदार भी क्यों ना होवे, गलत काम करके आऊगा ते गलत ही कहा जाऊगा। लिहाज नहीं सी करते किसी रिश्ते की, किसी रुतबे की, किसी बंदे की, क्योंकि खरा बंदा ऐसा ही हुंदा है, उहदा अपना परिवार भी गलती करे उसे चौराहे च खड़ा करता जिथे दूजियां नूं हुंदा है। हुण खान साहब दे कोल जदों कोई जिमीदार आया, चार जिमीदार होर आ गए। हुण जिमीदार दा भाईचारा भाईचारा ही हुंदा है। कहंदे जी वेखो जिस बंदे ने नुकसान कीता अजे भी खेत च ही फड़िया होया। गुरु साहब बारे बोलदे आ, वो एक नादान बच्चा है, असमझ है, उन्हें समझ कोई नहीं, व्यक्ति करके मस्ताना है। दीर्घ बोगो धूम सो मेरे, खाई महखन आज सवेरे। खान साहब सैकड़े गावां मੱਝਾਂ ने मेरा सारा खेत बर्बाद करता, वाहन बर्बाद हो गया। एक ते फसल चढ़ गई, दूजा खुरा दी नाल सारी पट दी फसल होनी कदे नहीं। दसो मैं की करा, किथे जावां, कौन मेरी सुनेगा जे तुसी पुकार ना सुनी, जे तुसी इंसाफ ना कीता मैं जिउंदे दी मर जाना है। तात ताही जो तब पटवारी, करत हुकूमत सुरत विसारी। जिस वेले इस जिमीदार दा दुख वेखिया, राय बुलार खान साहब पुछदे आ, कहंदे ओ बच्चा किहदा है जिन्हें तेरी फसल उजाड़ी है? अगो हाथ जोड़ पता की देखो, दुखी बंदा जब होवे गल होर है, ते कई बार बंदा ईरखा वस बहुत वड्डियां गल्लां कर जांदा। कहंदा जी तुहाडे पटवारी साहब ने जेड़े कल्याण चंद इकलौते पटवारी, तुहाडे बड़े खासम खास, तुहाडे बड़े गरीबी ने, तुसी बड़ा अदब करदे हो, उन्हां दे पुੱਤ ने ते उन्हां दे वग ने, मੱਝਾਂ ने मेरी गरीब दी फसल उजाड़ी, दसो हुण की करोगे? आखो सतनाम। किते ना किते जिमीदार नूं लगदा सी जद पटवारी साहब दी गल आ जूगी ते फिर खान साहब चुप हो जाणगे, क्योंकि खास ने ना, उठदे बहिंदे आ, ते मैनूं इंसाफ कित्थों मिलना? उन्हें तां गल वधा चढ़ा के कीती, कहंदे जी कल्याण चंद जी दे पुੱਤਰ नानक ने मेरी फसल नूं बर्बाद कीता है, पर मैं सच दसां एक छोटी जी आस तुहाडे कोल लैके आया, मैनूं लगदा नहीं इत्थों आस पूरी होनी है। मुआवजा चाहिए, हरजाना चाहिए, मेरे को मेरी फसल नहीं रही। कहते खान साहब को गुस्सा आ गया सुन के। ये नहीं भी पटवारी साहब का नाम लिया, उन्होंने मन च आया बेशक कोई पटवारी होवे, बड़ा ऑफिसर होवे, किसी को की हक है जी किसी की फसल बर्बाद करने का? गुस्सा क्यों आया? क्योंकि वो पहला ही किसी मुद्दे ते
ਝਗੜ ਰਹੇ ਸੀ। ਪਹਿਲਾਂ ਹੀ ਸਭਾ ਦੇ ਵਿੱਚ ਕੋਈ ਗਰਮਜੋਸ਼ੀ ਦੀ ਗੱਲ ਹੋ ਰਹੀ ਸੀ, ਉੱਤੋਂ ਜ਼ਿਮੀਂਦਾਰ ਆਣ ਡੱਪ ਕੇ ਆਏ। ਕਰਹੁ ਤਪਾਵਸ ਭੂਪਤ ਮੇਰੋ, ਨਾਤਰ ਉਜਰੈ ਨਗਰ ਸੋ ਤੇਰੋ। ਕਹਿੰਦੇ ਜ਼ਿਮੀਂਦਾਰ ਰੋਂਦਾ ਰੋਂਦਾ ਰਾਏ ਬੁਲਾਰ ਸਾਹਿਬ ਦੇ ਪੈਰ ਫੜ ਕੇ ਬਹਿ ਗਿਆ, ਪੈਰਾਂ 'ਚ ਰੱਖਤੀ ਪੱਗ, ਉਹਨੇ ਪਗੜੀ ਖੋਲ ਕੇ ਰੱਖਤੀ। ਕਹਿੰਦਾ ਜੋ ਮਰਜ਼ੀ ਕਰੋ ਜੀ, ਮੈਨੂੰ ਪਤਾ ਹੈ ਪਟਵਾਰੀ ਸਾਹਿਬ ਦਾ ਰਸੂਖ ਬਹੁਤ ਹੈ, ਛੇਤੀ ਛੇਤੀ ਅਫਸਰਸ਼ਾਹੀ ਨਾਲ ਕੋਈ ਵੀ ਨਹੀਂ ਵਿਗੜਦਾ ਹੁੰਦਾ, ਹਰ ਬੰਦਾ ਕੋਸ਼ਿਸ਼ ਕਰਦਾ ਹੈ ਵੀ ਵਿਗੜੇ ਨਾ। ਪਰ ਜ਼ਿਮੀਂਦਾਰ ਰੋਇਆ, ਜਨਾਬ ਜੇ ਤੁਸੀਂ ਇਨਸਾਫ ਨਾ ਦਿੱਤਾ, ਮੈਂ ਤੇ ਤੁਹਾਨੂੰ ਆਪਣਾ ਰਾਜਾ ਮਾਈ ਬਾਪ ਮੰਨ ਕੇ ਆਇਆ। ਨਵਾਬ ਸਾਹਿਬ ਜੇ ਤੁਸੀਂ ਇਨਸਾਫ ਮੈਨੂੰ ਨਾ ਦਿੱਤਾ, ਮੈਂ ਤੇ ਫਿਰ ਉਜੜੇ ਹੀ ਪਿਆ, ਮਰੇ ਹੀ ਪਿਆ। ਜਿਹਦੀ ਪੁੱਤਾਂ ਵਰਗੀ ਪਾਲੀ ਹੋਈ ਫਸਲ ਵਰਗ ਨੇ ਉਜਾੜ ਦਿੱਤੀ, ਪਸ਼ੂਆਂ ਨੇ ਉਜਾੜ ਦਿੱਤੀ, ਹੁਣ ਉਸ ਫਸਲ ਵਿੱਚ ਹੋਣਾ ਕੁਛ ਨਹੀਂ, ਖਾਣ ਲਈ ਵੀ ਦਾਣੇ ਨਹੀਂ ਹੋਣਗੇ। ਕਹਿੰਦੇ ਨਵਾਬ ਸਾਹਿਬ ਨੂੰ ਤਰਸ ਆਇਆ ਜ਼ਿਮੀਂਦਾਰ ਤੇ, ਵੀ ਵਿਚਾਰਾ ਹੈ ਤੇ ਦੁਖੀ ਹੈ, ਜੇ ਨੁਕਸਾਨ ਹੋਇਆ ਤਾਂ ਹੀ ਆਇਆ, ਅੱਗੇ ਨਹੀਂ ਕਦੇ ਆ ਗਿਆ ਕੋਈ, ਅੱਗੇ ਆ ਕੇ ਕੋਈ ਰੋਇਆ ਨਹੀਂ। ਦਿਨ ਪ੍ਰਤ ਅਸਬਿਦ ਜੇ ਕ੍ਰਿਸ਼ ਉਜਰੈ, ਰਾਹ ਇੱਕ ਕੈਸ ਬਸਾਸਤ ਗੁਜਰੈ। ਇੰਨੀਆਂ ਗੱਲਾਂ ਕਹਿ ਕੇ ਜ਼ਿਮੀਂਦਾਰ ਤੇ ਰੋ ਕੇ ਪੈਰਾਂ 'ਚ ਹੀ ਬੈਠਾ ਰਿਹਾ। ਜਿਹੜੇ ਨਾਲ ਜ਼ਿਮੀਂਦਾਰ ਗਏ ਸੀ ਹਮਾਇਤ ਵਿੱਚ, ਉਹ ਕਹਿੰਦੇ ਨਵਾਬ ਸਾਹਿਬ ਅੱਜ ਤੇ ਇਹਦੀ ਖੇਤੀ ਉਜੜੀ ਹੈ, ਕੱਲ ਸਾਡੀ ਉਜੜ ਜੂਗੀ। ਜੇ ਉਹਨਾਂ ਨੂੰ ਸਮਝਾਇਆ ਹੀ ਨਾ, ਨਾਥੀ ਨਾ ਪਾਈ, ਇਹ ਤੇ ਕੰਮ ਵੱਧਦਾ ਜਾਊਗਾ। ਲੋਕਾਂ 'ਚ ਜੇ ਡਰ ਪੈਂਦਾ ਰਿਹਾ, ਕਹਿਣਗੇ ਫਲਾਣੇ ਦੀ ਖੇਤੀ ਖਵਾਤੀ ਸੀ, ਫਿਰ ਕੀ ਹੋ ਗਿਆ, ਕੀ ਕਰ ਲਿਆ। ਇਹ ਸੁਭਾਵਿਕ ਗੱਲ ਹੈ। ਕਿਸੇ ਬੰਦੇ ਤੇ ਇੱਕ ਪਰਚਾ ਜਾਂ ਦਰਜ ਕਰਾ ਕੇ ਕੋਈ ਸਿਫਾਰਿਸ਼ ਲਾ ਕੇ ਕੈਂਸਲ ਕਰਾ ਦਿਓ, ਦੁਬਾਰਾ ਗਲਤੀਆਂ ਕਰਦਾ, ਕਹਿੰਦਾ ਪਹਿਲਾਂ ਮੇਰਾ ਕਿਸੇ ਨੇ ਕੀ ਕਰਿਆ ਸੀ, ਵਿਗੜ ਜਾਂਦਾ ਬੰਦਾ। ਹੁਣ ਇੱਥੇ ਸਾਰੇ ਜ਼ਿਮੀਂਦਾਰ ਇੱਕ ਪਾਸੇ, ਪਟਵਾਰੀ ਸਾਹਿਬ ਇੱਕ ਪਾਸੇ। ਪਰ ਅੱਗੇ ਜਿਹੜੇ ਰਾਜੇ ਮਹਾਰਾਜੇ ਸੀ ਉਹ ਬਕਾਊ ਨਹੀਂ ਸੀ ਹੁੰਦੇ, ਇਨਸਾਫ ਪਸੰਦ ਹੁੰਦੇ ਸੀ। ਆਪਣਾ ਪੁੱਤਰ ਵੀ ਗੁਨਾਹ ਕਰੇ ਉਸੇ ਕਟਹਿਰੇ 'ਚ ਖੜਾ ਕਰਦੇ ਸੀ ਜਿੱਥੇ ਦੂਜੇ ਲੋਕ ਖੜਦੇ, ਮੋਹ ਮਾਇਆ ਨਹੀਂ ਸੀ ਬਹੁਤੀ। ਕਹਿੰਦੀ ਜਿਸ ਵੇਲੇ ਨਵਾਬ ਨੇ ਸੁਣਿਆ, ਮੱਥੇ ਹੱਥ ਮਾਰਿਆ ਵੀ ਪਟਵਾਰੀ ਦਾ ਇੰਨਾ ਰਸੂਖ ਹੈ, ਇੰਨੀਆਂ ਚੰਗੀਆਂ ਗੱਲਾਂ ਕਲਿਆਣ ਚੰਦ ਕਰਦੇ ਨੇ, ਪਰ ਉਹ ਕਰ ਕੀ ਰਹੇ ਨੇ। ਇਹ ਥੋੜਾ ਹੈ ਵੀ ਜੇ ਤੁਸੀਂ ਪਟਵਾਰੀ ਹੋ ਕਿਸੇ ਗਰੀਬ ਦੀ ਫਸਲ ਉਜਾੜ ਦਿਓ, ਦੁਨੀਆ ਤੇ ਇਹੀ ਕਹਿੰਦੀ ਹੈ ਨਾ। ਨਵਾਬ ਸਾਹਿਬ ਨੂੰ ਆਪਣੇ ਪਟਵਾਰੀ ਤੇ ਗੁੱਸਾ ਆ ਗਿਆ। ਜਾਇਜ਼ ਹੈ ਵੀ ਇਹ ਗੱਲ ਤੇ ਮੇਰੇ ਤੇ ਆ ਰਹੀ ਹੈ ਨਾ, ਅੱਜ ਪਟਵਾਰੀ ਸਾਹਿਬ ਦੇ ਪੁੱਤਰ ਨੇ ਕਿਸੇ ਦਾ ਖੇਤ ਖਵਾਇਆ, ਕੱਲ ਨੂੰ 4 ਏਕੜ ਹੋਰ ਖਵਾ ਕੇ ਆ ਜੂਗੀ, ਸਾਡੀ ਤੇ ਨਵਾਬ ਸਾਹਿਬ ਨਾਲ ਬਣਦੀ ਹੈ। ਜੇ ਬਣਦੀ ਦਾ ਮਤਲਬ ਇਹ ਥੋੜਾ ਵੀ ਲੋਕਾਂ ਦਾ ਨੁਕਸਾਨ ਕਰਨਾ ਹੈ। ਹੁਣ ਜ਼ਿਮੀਂਦਾਰਾਂ ਦੇ ਕਹਿਣ ਦਾ ਇਹ ਭਾਵ ਸੀ ਵੀ ਤੁਹਾਡੇ ਪਟਵਾਰੀ ਦੇ ਪੁੱਤਰ ਨੇ ਸਾਡੀ ਫਸਲ ਉਜਾੜ ਦਿੱਤੀ, ਕੱਲ ਸਾਡੀਆਂ ਫਸਲਾਂ ਤੇ ਵੀ ਖਤਰਾ ਮੰਡਰਾਉਂਦਾ ਏ ਜੇ ਅੱਜ ਕੋਈ ਇਨਸਾਫ ਹੋਇਆ ਨਾ। ਸੁਨਤ ਰਾਏ ਔਰ ਇਸ ਪਰ ਸੁਖਾ, ਹੇਰਤ ਬੋਲਿਓ ਮੁਖ ਤੋਂ ਪ੍ਰੂਖਾ। ਕਹਿੰਦੇ ਪਟਵਾਰੀ ਸਾਹਿਬ ਤੇ ਆਪਣੇ ਘਰ ਨੇ ਉੱਥੇ ਖੁਸ਼ ਬੜੇ ਸੀ ਕਈ ਦਿਨਾਂ ਤੋਂ, ਮੇਰਾ ਪੁੱਤ ਖੇਤੀ ਦੇ ਵਿੱਚ ਜਾਂਦਾ ਹੈ, ਮੇਰਾ ਪੁੱਤ ਗਾਵਾਂ ਮੱਝਾਂ ਚਾਰਦਾ ਹੈ, ਸਮੇਂ ਨਾਲ ਘਰ ਆ ਜਾਂਦਾ ਹੈ। ਨਹੀਂ ਸੀ ਪਤਾ ਅੱਜ ਵੀ ਲਾਂਭਾ ਹੋਊਗਾ, ਇਹ ਤੇ ਸੋਚਿਆ ਵੀ ਨਹੀਂ। ਉਧਰ ਨਵਾਬ ਸਾਹਿਬ ਗੁੱਸੇ 'ਚ ਆ ਕੇ ਕਹਿੰਦੇ ਪਟਵਾਰੀ ਨੂੰ ਮੇਰੇ ਕੋਲ ਪੇਸ਼ ਕਰੋ, ਹੁਣੇ ਲੈ ਕੇ ਆਓ ਕਲਿਆਣ ਚੰਦ, ਕਿਉਂਕਿ ਪੁੱਤਰ ਨੇ ਗੁਨਾਹ ਕੀਤਾ। ਪੇਸ਼ ਪਿਤਾ ਨੂੰ ਹੋਣਾ ਪੈਣਾ। ਗਾਵਾਂ ਮੱਝਾਂ ਦਾ ਮਾਲਕ ਕੌਣ ਹੈ? ਕਲਿਆਣ ਚੰਦ ਜੀ। ਪਸ਼ੂ ਤੇ ਉਹਦੇ ਫੜੇ ਹੋਏ ਆ, ਗੁਰੂ ਸਾਹਿਬ ਦੇ ਪਿਤਾ ਜੀ ਦੇ। ਗੁੱਸੇ ਵਿੱਚ ਭਰੇ ਪੀਤੇ ਨਵਾਬ ਸਾਹਿਬ ਕਹਿੰਦੇ ਹੁਣੇ ਲੈ ਕੇ ਆਓ ਕਲਿਆਣ ਚੰਦ ਨੂੰ, ਮੈਂ ਵੀ ਤੇ ਵੇਖਾਂ ਕਿਵੇਂ ਲੋਕਾਂ ਦੀਆਂ ਫਸਲਾਂ ਉਜਾੜਦਾ ਹੈ। ਕਿੰਨੇ ਇਮਾਨਦਾਰ ਹੋਣਗੇ ਰਾਏ ਬੁਲਾਰ ਸਾਹਿਬ ਤੇ ਅੱਜ ਦੀਆਂ ਹਕੂਮਤਾਂ ਧੱਕਾ ਕਰਕੇ ਵੀ ਲੋਕਾਂ ਨਾਲ, ਜੇ ਕੋਈ ਲੋਕ ਹੱਕ ਮੰਗਦੇ ਕਹਿੰਦੇ ਦੇਸ਼ ਵਿਰੋਧੀ ਹੈ, ਹੁੰਦਾ ਨਾ ਕਿੰਨਾ ਧੱਕਾ ਹੈ। ਤੇ ਪੁਰਾਣੇ ਸਮੇਂ 'ਚ ਵੇਖੋ ਇੱਕ ਜ਼ਿਮੀਂਦਾਰ ਦੀ ਫਸਲ ਉਜੜੀ ਹੈ, ਨਵਾਬ ਸਾਹਿਬ ਨੇ ਇਹ ਨਹੀਂ ਵੇਖਿਆ ਵੀ ਪਟਵਾਰੀ ਮੇਰਾ ਖਾਸਮ ਖਾਸ ਹੈ, ਬਹੁਤ ਕਰੀਬੀ ਮਿੱਤਰ ਨੇ ਕਲਿਆਣ ਚੰਦ ਜੀ ਦੇ। ਪਰ ਉਹ ਕਹਿੰਦੇ ਅਸੂਲ ਨੇ, ਅਸੂਲਾਂ ਦੇ ਵਿੱਚ ਆਪਣਾ ਵੀ ਗਲਤੀ ਕਰੇਗਾ, ਕੁਤਾਹੀ ਕਰੇਗਾ, ਸਜ਼ਾ ਦਾ ਹੱਕਦਾਰ ਹੋਏਗਾ। ਨਵਾਬ ਸਾਹਿਬ ਨੇ ਉਸੇ ਵੇਲੇ ਹੁਕਮ ਸੁਣਾਤਾ ਪੰਚਾਇਤ 'ਚ ਬੈਠੇ, ਕਹਿੰਦੇ ਕਲਿਆਣ ਚੰਦ ਜੀ ਨੂੰ ਫੌਰਨ ਹੁਣੀ ਲੈ ਕੇ ਆਓ। ਮੈਂ ਵੀ ਤੇ ਪੁੱਛਾਂ ਵੀ ਤੁਸੀਂ ਇਹ ਆਤੰਕ ਕਿਉਂ ਮਚਾਇਆ ਹੋਇਆ ਹੈ? ਕੀ ਤੁਹਾਨੂੰ ਕਿਸੇ ਦਾ ਡਰ ਪੈ ਨਹੀਂ? ਮੰਨਿਆ ਤੁਸੀਂ ਪਟਵਾਰੀ ਹੋ, ਮੰਨਿਆ ਜ਼ਮਾਨਾ ਤੁਹਾਡਾ ਸਤਿਕਾਰ ਕਰਦਾ, ਇਹਦਾ ਮਤਲਬ ਇਹ ਤਾਂ ਨਹੀਂ ਵੀ ਲੋਕਾਂ ਦੀਆਂ ਫਸਲਾਂ ਉਜਾੜਨੀਆਂ।
ਜ਼ਿਮੀਂਦਾਰਾਂ ਦਾ ਪੱਖ ਸੁਣ ਕੇ ਨਵਾਬ ਸਾਹਿਬ ਨੂੰ ਗੁੱਸਾ ਆ ਗਿਆ। ਸਭ ਕੋ ਡਰ ਔਰ ਦੀਨ ਨਿਵਾਰੇ, ਚਾਰਤ ਖੀਤੀ ਸਿਸਮਤ ਵਾਰੀ। ਤੇ ਨਵਾਬ ਸਾਹਿਬ ਨੇ ਗੁੱਸੇ 'ਚ ਵੀ ਇਹ ਸ਼ਬਦ ਬੋਲੇ, ਕਹਿੰਦੇ ਲੋਕਾਂ ਨੇ ਮੇਰਾ ਡਰ ਭੈ ਖਤਮ ਕਰਤਾ। ਉਹ ਹੁਣ ਤੇ ਛੋਟੇ ਛੋਟੇ ਬੱਚੇ ਲੋਕਾਂ ਦੀਆਂ ਫਸਲਾਂ ਜਾੜਨ ਤੇ ਆ ਗਏ। ਮਤਲਬ ਏਡੇ ਬੇਖੌਫ ਮਨਸੂਬੇ ਨੇ ਦੁਨੀਆ ਦੇ। ਇੱਕ ਪੱਖ ਦੀ ਰਾਜਨੀਤੀ ਹੈ, ਸ਼ਿਕਾਇਤ ਆਈ ਹੈ। ਇਸੇ ਕਰਕੇ ਨਵਾਬ ਸਾਹਿਬ ਕਹਿੰਦੇ ਜਾਓ, 2 ਬੰਦੇ ਜਾਓ ਕਲਿਆਣ ਚੰਦ ਜੀ ਨੂੰ ਇੱਥੇ ਮੇਰੇ ਕੋਲ ਲੈ ਕੇ ਆਓ, ਮੈਂ ਕਰਦੇ ਨਾ। ਇਹ ਥੋੜਾ ਵੀ ਜੇ ਤੁਸੀਂ ਪਟਵਾਰੀ ਲੱਗੇ ਹੋਏ ਤੇ ਕਿਸੇ ਗਰੀਬ ਦੀ ਫਸਲ ਉਜਾੜ ਦੋ ਤੇ ਮੁੜ ਕੇ ਕੋਈ ਗੱਲਬਾਤ ਨਹੀਂ। ਹੁਣ ਪਸ਼ੂ ਜਿੰਨੇ ਨੇ ਸਾਰੇ ਕਿਸਾਨ ਦੀ ਗ੍ਰਿਫਤ ਵਿੱਚ ਨੇ, ਖੇਤ ਵਿੱਚ ਹੀ ਰੋਕੇ ਹੋਏ ਨੇ ਬਾੜ ਲਾ ਕੇ। ਕੁਛ ਜ਼ਿਮੀਂਦਾਰ ਉੱਥੇ ਬੈਠੇ ਨੇ, ਕੁਛ ਇੱਥੇ ਬੈਠੇ ਨੇ, ਭਾਈਚਾਰਾ ਇਕੱਠਾ ਹੋ ਕੇ ਸਾਰਾ ਆਇਆ ਹੋਇਆ ਤੇ ਨਵਾਬ ਸਾਹਿਬ ਉਡੀਕਦੇ ਨੇ ਪਟਵਾਰੀ ਜੀ ਆਉਣਗੇ ਮੈਂ ਗੱਲ ਕਰਾਂ, ਪਰ ਗੁੱਸਾ ਬਹੁਤ ਜ਼ਿਆਦਾ ਸੀ ਅੱਜ। ਕਿਉਂ? ਨੁਕਸਾਨ ਕੋਈ ਕਰਦਾ ਹੈ, ਨੁਕਸਾਨ ਕੋਈ ਉਦੋਂ ਕਰਦਾ ਸਿਆਸਤ ਦੇ ਸਿਰ ਤੇ ਜਦੋਂ ਡਰ ਭੈ ਤੇ ਖੌਫ ਖਤਮ ਹੋ ਜੇ। ਨਵਾਬ ਸਾਹਿਬ ਨੂੰ ਗੁੱਸਾ ਸਭ ਤੋਂ ਵੱਡਾ ਇਸੇ ਗੱਲ ਦਾ ਵੀ ਮੇਰਾ ਡਰ ਨਹੀਂ ਕੋਈ ਮੰਨਦਾ। ਅੱਜ ਕਿਸੇ ਦਾ ਨੁਕਸਾਨ, ਕੱਲ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਕਹਿੰਦੇ ਉਹਨਾਂ ਨੇ ਬੜੇ ਸ਼ਬਦ ਬੋਲੇ ਤੇ ਜ਼ਿਮੀਂਦਾਰ ਨੂੰ ਵੀ ਝਿੜਕਿਆ। ਕਹਿੰਦੇ ਤੂੰ ਕਿੱਥੇ ਸੀ? ਤੈਨੂੰ ਪਤਾ ਤੇਰੇ ਖੇਤਾਂ ਦੇ ਕੋਲ 4 ਗਾਂ ਏ, ਤੈਨੂੰ ਗੇੜਾ ਤੇ ਰੱਖਣਾ ਚਾਹੀਦਾ ਨਾ, ਪਰ ਤੂੰ ਕਦ ਪਹੁੰਚੇ? ਕਹਿੰਦਾ ਮੈਨੂੰ ਲੋਕਾਂ ਨੇ ਦੱਸਿਆ ਤੇਰੀ ਫਸਲ ਉੱਜੜ ਗਈ। ਜ਼ਿਮੀਂਦਾਰ ਤੇ ਹੱਥ ਜੋੜ ਕੇ ਖੜਾ ਹੈ, ਨਮਾਣਾ ਜਿਹਾ ਬਣ ਕੇ, ਬਹੁਤ ਸ਼ਰੀਫ ਜਿਹਾ ਬਣ ਕੇ, ਵੀ ਅੱਜ ਤੇ ਕਲਿਆਣ ਚੰਦ ਜੀ ਕੋਲੋਂ ਮੈਨੂੰ ਮੁਆਵਜ਼ਾ ਲੈ ਕੇ ਦੇਣਗੇ, ਨਹੀਂ ਮੈਂ ਪਸ਼ੂ ਨਹੀਂ ਛੱਡਣੇ, ਮੈਂ ਕਿਉਂ ਜਾਣ ਦੇਵਾਂ ਗਾਵਾਂ ਮੱਝਾਂ ਜਦ ਤੱਕ ਫਸਲ ਦਾ ਮੁੱਲ ਨਹੀਂ ਮਿਲਦਾ। ਪੁੰਨ ਪ੍ਰੀਤੀਨ ਸੰਗ ਬਚਨ ਬਖਾਨਾ, ਅਗਰਜ ਇਹ ਬਾਰਕ ਮਸਤਾਨਾ। ਕਹਿੰਦੀ ਜੀ ਜਿਸ ਵੇਲੇ ਕੋਲ ਖੜੇ ਨੌਕਰ ਸੀ ਉਹਨਾਂ ਗੱਲ ਟਾਲੀ। ਕਹਿੰਦੇ ਬੁਲਾਰ ਸਾਹਿਬ ਸੁਣਿਆ ਕਲਿਆਣ ਚੰਦ ਜੀ ਦਾ ਪੁੱਤਰ ਸਿਧਰਾ ਹੈ। ਦੇਖੋ ਹਮਾਇਤ ਕਰਦੇ ਆ ਉਹ, ਇੱਥੇ ਨਹੀਂ ਵੀ ਉਹ ਮਰਦ ਨੂੰ ਸਿੱਧਾ ਕਹਿੰਦੇ ਆ, ਉਹ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਕੋਸ਼ਿਸ਼ ਅੱਜ ਵੀ ਹੁੰਦੀ ਹੈ, ਅੱਜ ਜ਼ਮਾਨਾ ਹੋਰ ਹੈ। ਇੱਕ ਚੀਜ਼ ਨੋਟ ਕਰੋ, ਇੱਥੇ ਤੇ ਚਲੋ ਗੁਰੂ ਸਾਹਿਬ ਦੀ ਗੱਲ ਹੈ, ਇਹ ਗੱਲ ਹੋਰ ਲਾਈਨ ਦੀ ਹੈ। ਅੱਜ ਜਿਹੜਾ ਬੰਦਾ ਗੁਰਬਾਣੀ ਦੀ ਬੇਅਦਬੀ ਕਰ ਦਿੰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਗੁਰਦੁਆਰੇ ਆ ਕੇ ਅੱਗ ਲਾ ਦਿੰਦਾ ਹੈ, ਬਸਤਰ ਪਾੜ ਦਿੰਦਾ ਹੈ, ਗੋਲਕ ਚੋਰੀ ਕਰ ਲੈਂਦਾ, ਉਹਨੂੰ ਕੀ ਕਹਿੰਦੀ ਦੁਨੀਆ? ਕਹਿੰਦੀ ਮੈਂਟਲੀ ਅਪਸੈਟ ਹੈ, ਸਿੱਧਾ ਹੈ, ਪਾਗਲ ਹੈ ਜੀ। ਇਹਨੂੰ ਆਪਣੇ ਆਪ ਦਾ ਨਹੀਂ ਪਤਾ, ਪਾਗਲ ਨੂੰ ਇਹ ਪਤਾ ਵੀ ਇਹ ਮੇਰੀ ਭੈਣ ਹੈ, ਇਹ ਮੇਰੀ ਪਤਨੀ ਹੈ, ਇਹ ਮੇਰਾ ਪਿਓ ਹੈ। ਕਿਉਂ ਭੁੱਲ ਜਾਂਦਾ ਹਰ ਪਾਗਲ ਗੁਰਦੁਆਰੇ ਆ ਕੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੀ ਬੇਅਦਬੀ ਕਰਨੀ ਹੈ? ਸਾਜ਼ਿਸ਼ਾਂ ਨੇ। ਹਰ ਬੰਦਾ ਜਿਹੜਾ ਬੇਅਦਬੀ ਕਰਦਾ ਉਹਦੇ ਨਾਲ ਇਹ ਲਿੰਕ ਜੋੜ ਦਿੱਤਾ ਜਾਂਦਾ ਹੈ ਜੀ ਮੈਂਟਲੀ ਅਪਸੈਟ ਹੈ, ਪਰੇਸ਼ਾਨ ਹੈ। ਕਿ ਪਰੇਸ਼ਾਨ ਲੋਕਾਂ ਨੂੰ ਗੁਰੂ ਘਰ ਹੀ ਲੱਭਦਾ ਬੇਅਦਬੀ ਵਾਸਤੇ, ਹੋਰ ਨਹੀਂ ਮੰਨਦਾ ਕੋਈ। ਕਦੇ ਪਰੇਸ਼ਾਨ ਬੰਦੇ ਨੇ ਆਪਣੇ ਪਿਓ ਦੇ ਕੱਪੜੇ ਪਾੜੇ, ਪੱਗ ਲਾਈ ਉਹਦੀ ਜਾ ਕੇ, ਇੱਧਰ ਕਿਉਂ? ਕਿਤੇ ਨਾ ਕਿਤੇ ਬਚਾਉਣ ਦੀਆਂ ਤਕਨੀਕਾਂ ਹੁੰਦੀਆਂ ਨੇ। ਸਿਰਫ ਇੱਕ ਐਗਜ਼ਾਮਪਲ, ਹੁਣ ਪਟਵਾਰੀ ਜੀ ਦੇ ਜਿਹੜੇ ਮਿੱਤਰ ਸੀ ਨਾ ਨਾਲ ਸਰਕਾਰੀ, ਇੱਥੇ ਖੜੇ ਆ ਕੋਲੇ, ਕੁਛ ਬਾਡੀਗਾਰਡ ਨੇ, ਕੁਝ ਸੇਵਾਦਾਰ ਨੇ, ਕੁਝ ਹੋਰ ਰੁਤਬਿਆਂ ਦੇ ਬੰਦੇ ਆ। ਉਹ ਕਹਿੰਦੇ ਵੇਖੋ ਜੀ ਕਲਿਆਣ ਚੰਦ ਜੀ ਦਾ ਕੋਈ ਕਸੂਰ ਨਹੀਂ, ਉਹਨਾਂ ਦਾ ਪੁੱਤਰ ਸਿੱਧਾ ਏ, ਵਲਛਲ ਨਹੀਂ ਹੈ ਉਹਦੇ 'ਚ। ਉਹ ਕਿਸੇ ਨੂੰ ਚੰਗਾ ਨਹੀਂ ਕਹਿੰਦਾ, ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਨਾਲੇ ਨਾਨਕ ਦੀਆਂ ਗੱਲਾਂ ਕਾਹਦੀਆਂ ਗੱਲਾਂ, ਸਤਿਨਾਮ, ਇਹ ਕੋਈ ਲੜਾਈ ਝਗੜੇ ਵਾਲੀਆਂ ਗੱਲਾਂ। ਕਹਿੰਦੇ ਜਦ ਇਹ ਗੱਲ ਸੁਣੀ ਜ਼ਿਮੀਂਦਾਰ ਭੜਕ ਗਿਆ। ਕਹਿੰਦਾ ਵੇਖ ਲਓ ਜਨਾਬ, ਮੈਨੂੰ ਤੇ ਪਤਾ ਇਨਸਾਫ ਨਹੀਂ ਬਣਨਾ ਇੱਥੇ। ਤੇ ਨਵਾਬ ਸਾਹਿਬ ਨੂੰ ਹੋਰ ਗੁੱਸਾ ਆ ਗਿਆ। ਕਹਿੰਦੇ ਹੁਣੇ ਲੈ ਕੇ ਆਓ। ਜਿਹੜੇ ਕਹਿੰਦੇ ਸੀ ਨਾ ਵੀ ਪਟਵਾਰੀ ਸਾਹਿਬ ਦਾ ਕਸੂਰ ਕੋਈ ਨਹੀਂ, ਉਹਨਾਂ ਨੂੰ ਭੇਜਿਆ। ਕਹਿੰਦੇ ਜਾਓ ਬੁਲਾ ਕੇ ਲੈ ਕੇ ਆਓ, ਦੱਸੋ ਤੁਹਾਨੂੰ ਅਚਲ ਚੇਤ ਕਿਉਂ ਬੁਲਾਇਆ ਗਿਆ ਸਰਦਾਰ ਜੀ? ਦੋਨੇ ਸਾਥੀ ਤੁਰੇ ਜਾਂਦੇ ਆ, ਬੁਲਾਰ ਸਾਹਿਬ ਦੇ ਨੌਕਰ ਕਹਿ ਲਓ, ਕਰਮਚਾਰੀ ਕਹਿ ਲਓ, ਤੁਰੇ ਜਾਂਦੇ ਆ ਕਲਿਆਣ ਚੰਦ ਜੀ ਦੇ ਘਰ ਵੱਲ। ਉਹਨਾਂ ਨੂੰ ਵੀ ਪਤਾ ਵੀ ਪਟਵਾਰੀ ਸਾਹਿਬ ਵੀ ਗੁੱਸੇ ਵਾਲੀ ਆ, ਪ੍ਰਭਾਵ ਵੀ ਨਹੀਂ ਕਰਦੇ। ਉਹ ਤੇ ਪਹਿਲਾਂ ਆਪਣੇ ਪੁੱਤ ਤੋਂ ਪਰੇਸ਼ਾਨ, ਆਖੋ ਸਤਿਨਾਮ। ਪਤਾ ਹੀ ਹੈ ਪਿਤਾ ਜੀ ਰੋਜ਼ ਕਹਿੰਦੇ ਆ ਮੈਂ ਆਪਣੇ ਪੁੱਤ ਤੋਂ ਦੁਖੀ ਬੜਾ, ਮੇਰੇ ਕਹਿਣੇ ਨਹੀਂ ਲੱਗਦਾ, ਮੇਰੇ ਆਖੇ ਨਹੀਂ ਲੱਗਦਾ, ਲੋਕ ਇਹ ਕਹਿੰਦੇ ਉਹ ਕਹਿੰਦੇ ਆ। ਕਹਿੰਦੇ ਤੁਰੇ ਜਾਣ ਵਿਚਾਰੇ ਚਿੰਤਾ 'ਚ, ਕੀ ਕਹੀਏ। ਜਾ ਕੇ ਦਰਵਾਜ਼ਾ ਖਟਖਟਾਇਆ, ਕਲਿਆਣ ਚੰਦ ਜੀ ਘਰ ਹੀ ਬੈਠੇ ਸੀ, ਆਪਣੇ ਪੁੱਤਰ ਦੀ ਉਡੀਕ ਕਰਦੇ ਸੀ ਵੀ ਅਜੇ ਤੱਕ ਨਾਨਕ ਕਿਉਂ ਨਹੀਂ ਆਏ, ਅੱਗੇ ਤੇ ਸਮੇਂ ਨਾਲ ਆ ਜਾਂਦੇ ਆ। ਕਹਿੰਦੇ ਜਦ ਉਹਨਾਂ ਨੇ ਆਪਣੇ ਆਉਣ ਵਾਲੇ ਕਰਮਚਾਰੀ ਵੇਖ ਕੇ ਸਰਕਾਰੀ ਦਰਬਾਰ ਦੇ ਮੱਥਾ ਠੁਕ ਗਿਆ। ਕਹਿੰਦੇ ਆਓ ਲੰਘ ਆਓ ਭਾਈ,
ਉਹ ਕਹਿੰਦੇ ਜੀ ਬਸ ਆਏ ਆ, ਬੈਠਣਾ ਨਹੀਂ ਹੈ, ਨਾ ਸਮਾਂ ਹੈ, ਸਾਡੇ ਨਾਲ ਚੱਲੋ। ਕਲਿਆਣ ਚੰਦ ਕਹਿੰਦੇ ਖੈਰ ਸੁੱਖ ਹੈ? ਕਹਿੰਦੇ ਜੇ ਹੁੰਦੀ ਫਿਰ ਕਾਹਨੂੰ ਆਉਂਦੇ ਆ ਸਤਿਨਾਮ, ਜੇ ਖੈਰ ਸੁੱਖ ਹੁੰਦੀ ਸਾਡਾ ਆਉਣਾ ਫਿਰ ਕਿਉਂ ਹੁੰਦਾ। ਤੂੰ ਕਾਲੂ ਖੋ ਲਿਆਓ ਬਲਾਈ, ਭਰੇ ਉਜਾਰਾ ਜਿਨ ਉਜਰਾਈ। ਕਲਿਆਣ ਚੰਦ ਜੀ ਇੱਕਦਮ ਘਬਰਾ ਗਏ ਵੀ ਅਚਲ ਚੇਤ ਕੋਈ ਚੱਲ ਕੇ ਆਇਆ ਹੈ। ਇਹ ਤੇ ਸੁਭਾਵਿਕ ਗੱਲ ਹੈ ਕਿ ਕੋਈ ਬੰਦਾ ਆ ਕੇ ਆਖੇ ਚੱਲ ਗੱਡੀ 'ਚ ਬੈਠ, ਛੇਤੀ ਚੱਲ, ਡਰ ਜਾਂਦਾ ਬੰਦਾ ਜਿੱਡਾ ਮਰਜ਼ੀ ਦਲੇਰ ਹੋਵੇ, ਸੁਭਾਵਿਕ ਗੱਲ ਹੈ। ਕਲਿਆਣ ਚੰਦ ਕਹਿੰਦੇ ਐਸਾ ਕੀ ਹੋਇਆ? ਕਹਿੰਦੇ ਜੀ ਤੁਹਾਨੂੰ ਹਰਜਾਨਾ ਭਰਨਾ ਪੈਣਾ ਹੈ। ਹਰਜਾਨਾ ਸ਼ਬਦ ਬੜਾ ਖਤਰਨਾਕ ਹੈ, ਜੁਰਮਾਨੇ ਵਰਗਾ ਹੀ ਹੈ। ਕਹਿੰਦੇ ਦੱਸੋਗੇ ਸਹੀ? ਕਹਿੰਦੇ ਬਸ ਤੁਹਾਡੇ ਪੁੱਤ ਨੇ ਕਿਸੇ ਦਾ ਖੇਤ ਉਜਾੜਦਾ, ਆਖੋ ਸਤਿਨਾਮ। ਪਿਤਾ ਬਸ ਖੜੇ ਖੜੇ ਪਲੰਗੇ ਤੇ ਬੈਠੇ ਸੇ ਫੜ ਕੇ ਕਹਿੰਦੇ ਸੱਚ ਬੋਲ ਰਹੇ ਹੋ? ਕਹਿੰਦੇ ਬਿਲਕੁਲ ਜੀ। ਨਵਾਬ ਸਾਹਿਬ ਬੜੇ ਗੁੱਸੇ ਵਿੱਚ ਨੇ, ਤੁਹਾਨੂੰ ਉਹਨਾਂ ਨੇ ਬੁਲਾਇਆ, ਸ਼ਿਕਾਇਤਕਰਤਾ ਨੇ ਸ਼ਿਕਾਇਤ ਕੀਤੀ, ਉਹ ਵੀ ਉੱਥੇ ਹੀ ਖੜਾ ਹੈ। ਕਹਿੰਦੇ ਪਹਿਲਾਂ ਤੇ ਪਿਤਾ ਨੂੰ ਗੁੱਸਾ ਚੜਿਆ ਆਪਣੇ ਪੁੱਤ ਤੇ, ਭੁੱਲ ਗਿਆ ਪਿਆਰ ਪਿਉਰ ਸਾਰਾ, ਦੁਖੀ ਹੋ ਗਏ ਵੀ ਆਹ ਦਿਨ ਦੇਖਣੇ ਸੀ ਮੈਂ, ਆਹੀ ਸਮਾਂ ਮੇਰੇ ਤੇ ਆਉਣਾ ਸੀ, ਮੈਂ ਤੇ ਉਡੀਕਦਾ ਪੁੱਤ ਮੇਰਾ ਗਾਵਾਂ ਮੱਝਾਂ ਲੈ ਕੇ ਘਰੇ ਆਊਗਾ, ਇੱਥੇ ਫੇਰ ਉਲਾਂਭਾ ਆ ਗਿਆ। ਗਇਓ ਬੀਗ ਕਾਲੂ ਆਹੁਤਾ, ਚਲੋ ਪੂਤ ਕੀ ਭਿਖ ਕਰ ਤੂਤਾ। ਤੇ ਕਹਿੰਦੇ ਉਹਨਾਂ ਨੌਕਰਾਂ ਨੇ ਸਿੱਧੀ ਗੱਲ ਆਖੀ, ਕਹਿੰਦੇ ਆਪਣੇ ਪੁੱਤ ਦੀ ਕਰਤੂਤ ਵੇਖ ਜਾ ਕੇ। ਆਹ ਸ਼ਬਦ ਵਰਤੇ ਸੀ ਉਹਨਾਂ ਨੇ, ਕਵੀ ਜੀ ਨੇ ਇੱਥੇ ਲਿਖੇ ਹੋਏ ਆ। ਦੇਖੋ ਗੱਲ ਕੀ ਹੈ, ਬਣਾਈ ਕੀ ਜਾਂਦੀ ਹੈ। ਇਸ ਕਰਕੇ ਦੁਨੀਆ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਪਰ ਪਿਤਾ ਜੀ ਵਕਤੀ ਤੌਰ ਤੇ ਬੜੇ ਦੁਖੀ ਹੋਏ, ਆਪਣੀ ਪਤਨੀ ਨੂੰ ਕਹਿਣ ਲੱਗੇ ਭਗਵਾਨ ਨੇ ਵੇਖ ਅੱਜ ਫੇਰ ਤੇਰੇ ਪੁੱਤ ਨੇ ਕੋਈ ਚੰਗਾ ਕੰਮ ਕੀਤਾ, ਆਖੋ ਸਤਿਨਾਮ। ਉਹ ਵਿਚਾਰੇ ਕੀ ਕਹਿਣ, ਉਹ ਤੇ ਪਹਿਲੇ ਦੁਖੀ ਹੋ ਗਏ ਵੀ ਇਹ ਕੀ ਸੁਣਿਆ ਸੀ। ਗੱਲ ਨਵਾਬ ਸਾਹਿਬ ਤੱਕ ਚੱਲੇਗੀ ਨਾ, ਜਿਨ੍ਹਾਂ ਕੋਲ ਨੌਕਰੀ ਕਰਦੇ ਆ, ਵੱਡੇ ਆਫੀਸਰ ਕਹਿ ਲੋ, ਰਾਜੇ ਕਹਿ ਲੋ, ਜੇ ਘਰ ਦੀ ਗੱਲ ਉਹਨਾਂ ਦੇ ਦਰਬਾਰ ਵਿੱਚ ਗਈ ਆ ਤੇ ਫਿਰ ਕਿੱਡੀ ਸ਼ਰਮ ਦੀ ਗੱਲ ਹੈ। ਉਹ ਇੱਜ਼ਤਦਾਰ ਬੰਦੇ ਆ। ਬਹੁਤ ਪਛਤਾਏ, ਕਹਿੰਦੇ ਵਾਹ ਓਏ ਪੁੱਤਰਾ, ਕੋਈ ਕਚਹਿਰੀ ਨਾ ਛੱਡੀ, ਕੋਈ ਥਾਂ ਨਾ ਛੱਡੀ ਜਿੱਥੇ ਪਿਓ ਨੂੰ ਜਾ ਕੇ ਝੁਕਣਾ ਨਾ ਪਵੇ। ਹਮ ਕੋ ਰਹਿਕ ਤਾਹੀ ਕਿਦਾਰਾ, ਬਾਰ ਧੀਨ ਸਭ ਦੀਨ ਉਜਾਰਾ। ਤੇ ਪਿਤਾ ਜੀ ਉਹਨਾਂ ਸਾਥੀਆਂ ਨੂੰ ਪੁੱਛਦੇ ਆ ਜਾਂਦੇ ਜਾਂਦੇ, ਦੁਖੀ ਨੇ, ਕਹਿੰਦੇ ਫਟਾਫਟ ਪਗੜੀ ਲਪੇਟੀ। ਹੁਣ ਸਮਝ ਨਹੀਂ ਆਉਂਦੀ ਉੱਥੇ ਜਾ ਕੇ ਕੀ ਗੱਲ ਹੋਊਗੀ। ਉਹ ਕਹਿੰਦੇ ਜੀ ਜ਼ਿਮੀਂਦਾਰ ਉੱਥੇ ਹੀ ਖੜਾ ਰੋਂਦਾ ਹੈ, ਰੌਲਾ ਹਰਜਾਨੇ ਦਾ ਨਹੀਂ, ਪਿਤਾ ਨੂੰ ਪੈਸੇ ਦਾ ਕੋਈ ਚੱਕਰ ਨਹੀਂ, ਪੈਸਾ ਪੂਸਾ ਕੀ ਚੀਜ਼ ਹੁੰਦੀ ਹੈ। ਗੱਲ ਤੇ ਆਏ ਵੀ ਜ਼ਮਾਨੇ 'ਚ ਲੋਕ ਕੀ ਕਹਿਣਗੇ, ਰੁਤਬਾ ਬਹੁਤ ਵੱਡਾ ਹੈ। ਪੁੱਛਦੇ ਜਾਂਦੇ ਆ, ਕਹਿੰਦੇ ਕਿੰਨੇ ਕੁ ਲੋਕ ਨੇ? ਕਹਿੰਦੇ ਜੀ ਫਲਾਣਾ ਜ਼ਿਮੀਂਦਾਰ ਹੈ, ਚਾਰਗਾਂ ਦੇ ਕੋਲੇ ਉਹਦੇ ਖੇਤ ਨੇ, ਉਹਦੇ ਨਾਲ ਕਈ ਜ਼ਿਮੀਂਦਾਰ ਆਏ ਹੋਏ ਆ। ਕਹਿੰਦੇ ਨੁਕਸਾਨ ਕਿੰਨਾ ਕੁ ਹੋਇਆ? ਨਾਨਕ ਕਿੱਥੇ ਨੇ? ਕਹਿੰਦੇ ਉਹਦੇ ਖੇਤਾਂ 'ਚ ਹੀ ਨੇ। ਪਰ ਸੱਦਾ ਦਿੱਤਾ ਉਹਨਾਂ ਨੂੰ, ਬੁਲਾਇਆ ਗਿਆ ਨਾਨਕ ਜੀ ਨੂੰ ਵੀ। ਗਾਵਾਂ ਮੱਝਾਂ ਕਿੱਥੇ ਨੇ? ਕਹਿੰਦੇ ਉਹ ਸਾਰੀਆਂ ਜ਼ਿਮੀਂਦਾਰ ਦੇ ਕਾਬੂ 'ਚ ਨੇ। ਪਿਤਾ ਜੀ ਬੜੇ ਪਰੇਸ਼ਾਨ ਹੋ ਗਏ, ਮਨ ਬੜਾ ਦੁਖੀ ਹੈ। ਆਪਣੇ ਭਰਾ ਲਾਲ ਚੰਦ ਨੂੰ ਨਾਲ ਲੈ ਕੇ ਚੱਲ ਪਏ। ਭਰਾ ਦੀ ਲੋੜ ਸੀ। ਲਾਲ ਚੰਦ ਜੀ ਨੇ ਹੌਸਲਾ ਦਿੱਤਾ, ਕਹਿੰਦੇ ਵੀਰਾ ਚਿੰਤਾ ਨਾ ਕਰ, ਕੋਈ ਗੱਲ ਨਹੀਂ, ਨਾਨਕ ਬੱਚਾ। ਕਹਿੰਦਾ ਬੱਚਾ ਅਜੇ ਵੀ ਗੁੱਸੇ 'ਚ ਆਏ ਹੋਏ ਆ। ਕਿੰਨੀ ਵਾਰ ਮੈਂ ਇਸ ਬੱਚੇ ਨੂੰ ਸਮਝਾਵਾਂ, ਇਹਨੇ ਤੇ ਮੇਰਾ ਜਿਉਣਾ ਹਰਾਮ ਕੀਤਾ ਹੋਇਆ ਹੈ। ਰੋਜ਼ ਕੋਈ ਨਾ ਕੋਈ ਲਾਂਭਾ, ਕੋਈ ਨਾ ਕੋਈ ਰੌਲਾ। ਤੇ ਫਿਰ ਜਾਂਦੇ ਜਾਂਦੇ ਮਾਣ ਸਤਿਕਾਰ ਪੰਡਤ ਹਰਦਿਆਲ ਦਾ ਵੀ ਕਰਦੇ ਜਾਂਦੇ ਨੇ, ਆਖੋ ਸਤਿਨਾਮ। ਕਹਿੰਦੇ ਵਾਹ ਓਏ ਬੱਤੀ ਗੁਣ ਵਾਲਿਆ, ਤੂੰ ਤੇ ਕਹਿੰਦਾ ਸੀ ਨਾਨਕ ਵੱਡਾ ਹੋ ਜਾਊਗਾ, ਸਮਝਦਾਰ ਹੋ ਜੂ, ਸਿਆਣਾ ਹੋ ਜੂ। ਪਿਤਾ ਜੀ ਰਾਹ 'ਚ ਹੀ ਬੋਲਦੇ ਜਾਂਦੇ, ਪਰੇਸ਼ਾਨ ਨੇ ਨਾ ਜੀ। ਐਡਾ ਵੱਡਾ ਰੁਤਬਾ ਹੈ, ਘਰੇ ਲਾਂਭਾ ਆ ਗਿਆ, ਉਹ ਵੀ ਐਡੇ ਵੱਡੇ ਲੋਕਾਂ ਵਿੱਚ ਮਰਨ ਹੋ ਜਾਂਦਾ ਹੈ। ਕਹਿੰਦੇ ਉਹ ਰਾਏ ਬੁਲਾਰ ਜੀ ਨੇ ਜ਼ਿਮੀਂਦਾਰ ਨੂੰ ਇੱਕ ਨੂੰ ਭੇਜਿਆ, ਕਹਿੰਦੇ ਜਾਓ ਨਾਨਕ ਜੀ ਨੂੰ ਲੈ ਕੇ ਆਓ। ਦੋ ਧਿਰਾਂ ਸਾਹਮਣੇ ਖੜ ਲੱਗੀਆਂ, ਫੇਰ ਕੋਈ ਫੈਸਲਾ ਹੁੰਦਾ। ਤੇ ਪਿਤਾ ਕਲਿਆਣ ਚੰਦ 4 ਕਦਮ ਅੱਗੇ ਜਾਂਦੇ, 2 ਕਦਮ ਪਿੱਛੇ, ਮਨ ਚਿੰਤਾ ਦੇ ਵੇਗ ਵਿੱਚ ਡੁੱਬਿਆ ਹੋਇਆ ਏ। ਹੁਣ ਕਰ ਮਨ ਮਿਹੀ ਤਿੰਨ ਦੁਖ ਪਾਵਾ, ਸੁਤ ਨਾਨਕ ਕਬ ਸੁਖ ਨਾ ਦਿਖਾਵਾ। ਜਾਂਦੇ ਇੱਕੋ ਗੱਲ ਕਹਿੰਦੇ ਜਾਂਦੇ, ਅੱਖਾਂ 'ਚ ਹੰਝੂ ਕਹਿੰਦੇ, ਉਹ ਪੁੱਤਰ ਨਾਨਕ ਤੂੰ ਨਾ ਕਦੇ ਮਾਪਿਆਂ ਨੂੰ ਸੁੱਖ ਵਿਖਾਈਆਂ, ਆਖੋ ਸਤਿਨਾਮ। ਜਿੱਦਣ ਦਾ ਜੰਮਿਆ ਦੁੱਖ ਹੀ ਦੁੱਖ, ਠੋਕਰਾਂ ਹੀ ਠੋਕਰਾਂ।
ਐਵੇਂ ਨਾ ਚਿੰਤਾ ਕਰਿਆ ਕਰੋ, ਸਾਡੇ ਘਰ ਦੇ ਸਾਡੇ ਤਾਂ ਦੁਖੀ ਨੇ। ਦੁਖੀ ਤੇ ਬਾਬੇ ਨਾਨਕ ਦਾ ਵੀ ਟੱਬਰ ਸੀ। ਇਹ ਦੁਨੀਆ ਭਾਈ ਇਹ ਨਹੀਂ ਸਮਝਦੀ ਕਿਸੇ ਨੂੰ। ਲੋਕੀ ਕਹਿੰਦੇ ਸਾਡੀ ਮਰਜ਼ੀ ਨਾਲ ਜੋ ਚੱਲਦਾ ਉਹ ਵਧੀਆ, ਜੋ ਨਹੀਂ ਕਰਦਾ ਮਰਜ਼ੀ ਉਹ ਬੇਕਾਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਨੰਦ ਦੀ ਮੂਰਤ ਖੇਤਾਂ ਦੇ ਵਿੱਚ ਖੜੇ ਸੀ, ਸੁਨਸਾਨ। ਕਹਿੰਦੇ ਜਦੋਂ ਨੌਕਰਾਂ ਜ਼ਿਮੀਂਦਾਰਾਂ ਨੇ ਬੁਲਾਇਆ, ਕਹਿੰਦੇ ਖਾਨ ਸਾਹਿਬ ਬੁਲਾਉਂਦੇ, ਮਰਦ ਨੂੰ ਕਾਹਦਾ ਡਰ, ਤੁਰ ਪਏ। ਪਰ ਕਿਤੇ ਨਾ ਕਿਤੇ ਪਿਤਾ ਦੀ ਚਿੰਤਾ ਸੀ। ਪਤਾ ਲੱਗਿਆ ਵੀ ਬਾਪੂ ਜੀ ਪਹੁੰਚ ਗਏ। ਬੜਾ ਫਿਕਰ ਹੈ ਵੀ ਮਨਾ ਮੇਰਿਆ। ਮੈਂ ਤੇ ਕਹਿੰਦਾ ਸੀ ਬਾਪੂ ਜੀ ਤੁਹਾਡੀ ਆਗਿਆ ਕਰਕੇ ਪਸ਼ੂ ਚਾਰਨਾ ਆ, ਕੀ ਹੋ ਗਿਆ। ਜਦ ਤੱਕ ਕੇਸ ਘਰ ਨਹੀਂ ਆਇਆ ਉਦੋਂ ਤੱਕ ਕੋਈ ਚਿੰਤਾ ਨਹੀਂ ਸੀ। ਮਾਪਿਆਂ ਦੀ ਇੱਜ਼ਤ ਕਰਦੇ ਆ, ਸਤਿਕਾਰ ਕਰਦੇ ਆ, ਤਾਂ ਵੀ ਡਰ ਰੱਖਦੇ ਆ। ਕਹਿੰਦੇ ਫਿਰ ਮਰਦ ਨੇ ਚਾਦਰ ਦੀ ਮਾਰੀ ਬੋਕਲ, ਕਹਿੰਦੇ ਵੇਖੀ ਜੋ ਸੱਚੇ ਆ ਅਸੀਂ ਕਿਹੜਾ ਜਾਣ ਕੇ ਖੇਤ ਉਜਾੜਿਆ ਕਿਸੇ ਦਾ। ਹਾਂ ਜੀ ਜਾਣ ਬੁੱਝ ਕੇ ਬਾੜੇ ਹੁੰਦੇ ਪਸ਼ੂ, ਫਿਰ ਗਲਤੀ ਹੈ। ਇਹ ਤੇ ਸੁਭਾਵਿਕ ਸੀ ਨਾ। ਪਰ ਜ਼ਿਮੀਂਦਾਰ ਨੇ ਮਸਲਾ ਕਿੱਡਾ ਵੱਡਾ ਇਸ਼ੂ ਕ੍ਰੀਏਟ ਕਰਤਾ। ਗੱਲਾਂ ਕੁਛ ਨਹੀਂ ਹੁੰਦੀਆਂ। ਕਈ ਵਾਰ ਆਮ ਦਰਿਆਵੀ ਕੇਸ ਹੁੰਦੇ ਆ, ਘਰਾਂ ਦੀ ਛੋਟੀ ਛੋਟੀ ਲੜਾਈ ਕੋਰਟ ਕਚਹਿਰੀਆਂ ਦਾ ਮੁੱਦਾ ਬਣ ਜਾਂਦੀ ਹੈ। ਬਾਅਦ ਵਿੱਚੋਂ ਨਿਕਲਦਾ ਕੱਖ ਨਹੀਂ ਹੁੰਦਾ ਕੁਛ ਵੀ। ਨੋਕ ਚੋਕ ਹੁੰਦੀ, ਵੱਧ ਘੱਟ ਬੋਲਿਆ ਗਿਆ, ਸਾਰਾ ਲਿਖਿਆ ਜਾਂਦਾ ਫਿਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਚੱਲ ਪਏ ਤੇ ਉਧਰੋਂ ਪਿਤਾ ਜੀ ਮਰਦ ਤੁਰੇ ਜਾਂਦੇ ਆ। ਡਰ ਕਿਹਦਾ? ਕਿਸੇ ਦਾ ਨਹੀਂ, ਸਿਰਫ ਪਿਤਾ ਦਾ। ਅੰਦਰ ਘਬਰਾਇਆ ਹੋਇਆ ਹੈ ਵੀ ਅੱਜ ਪਿਤਾ ਜੀ ਨੂੰ ਮੇਰੀ ਵਜ੍ਹਾ ਕਰਕੇ ਬੁਲਾਰ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਪਿਆ। ਪਤਾ ਨਹੀਂ ਉੱਥੇ ਕੀ ਹੋਣਾ ਏ। ਪ੍ਰਿਤ ਸੰਗ ਪਹੁੰਚਤ ਭਾਟ ਹਿਵਾ, ਰਾਏ ਨਿਕਟ ਸ੍ਰੀ ਨਾਨਕ ਜਹਵਾ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਚਹਿਰੀ ਵਿੱਚ ਪਹੁੰਚ ਗਏ। ਇੱਕ ਪਾਸੇ ਖੜੇ ਨੇ ਪਿਤਾ ਕਲਿਆਣ ਚੰਦ ਆਏ, ਰਾਏ ਬੁਲਾਰ ਸਾਹਿਬ ਨੂੰ ਨਮਸਕਾਰ ਕੀਤੀ। ਚੁੱਪਚਾਪ ਅੱਜ ਏਦਾਂ ਖੜੇ ਆ। ਮਹਿਸੂਸ ਹੁੰਦਾ ਹੈ ਕਦੇ ਜਿਨ੍ਹਾਂ ਨਾਲ ਹੱਥ ਮਿਲਾਉਂਦੇ ਸੀ, ਖੜਦੇ ਸੀ, ਅੱਜ ਕਿੱਦਾਂ ਖੜਨਾ ਪੈ ਗਿਆ। ਕਿਉਂਕਿ ਰਾਏ ਸਾਹਿਬ ਸੱਚ ਦੇ ਪ੍ਰਤੀਕ ਨੇ। ਉਹਨਾਂ ਦਾ ਪੁੱਤਰ ਵੀ ਜੇ ਗਲਤੀ ਕਰੂਗਾ ਨਾ, ਉਹ ਵੀ ਏਦਾਂ ਹੀ ਖੜੂਗਾ। ਉਹ ਅਸੂਲਾਂ ਤੇ ਜਿਉਂਦੇ ਆ। ਅਸੂਲਾਂ ਤੇ ਜਿਉਣ ਵਾਲੇ ਬੰਦੇ ਪਿਆਰ ਵੀ ਬਹੁਤ ਕਰਦੇ ਆ, ਪਰ ਗਲਤੀਆਂ ਨਾਲ ਸਮਝੌਤਾ ਨਹੀਂ ਕਰਦੇ। ਗੁਰੂ ਸਾਹਿਬ ਦੇ ਪਿਤਾ ਜੀ ਆ ਕੇ ਖੜ ਗਏ। ਜ਼ਿਮੀਂਦਾਰ ਨੂੰ ਬੋਲਣ ਦਾ ਮੌਕਾ ਪਹਿਲਾਂ ਉਹ ਬੋਲਿਆ। ਕਹਿੰਦਾ ਵੇਖੋ ਜੀ ਇਹਨਾਂ ਦੇ ਝੱਲੇ ਜੇ ਪੁੱਤ ਨੇ ਮੇਰੀ ਸਾਰੀ ਖੇਤੀ ਉਜਾੜ ਦਿੱਤੀ। ਪਿਤਾ ਨੇ ਨੇਤਰ ਭਰ ਕੇ ਆਪਣੇ ਪੁੱਤ ਵੱਲ ਵੇਖਿਆ। ਮਰਦ ਦੇ ਨੇਤਰਾਂ ਚ ਅਥਰੂ ਸੀ। ਕਿਉਂ? ਛੋਟੀ ਜੀ ਗੱਲ ਕਰਕੇ ਪਿਤਾ ਨੂੰ ਇੱਥੇ ਰੋਣਾ ਪੈ ਗਿਆ। ਇਹ ਗੱਲ ਬਰਦਾਸ਼ਤ ਹੁੰਦੀ ਨਹੀਂ। ਵੇਖ ਬੁਲਾਰ ਕੈ ਵਾਕ ਕਠੋਰਾ, ਸੁਣ ਕਾਲੂ ਤੁਝ ਭੈ ਨਹਿ ਤੋਰਾ। ਕਿਉਂ ਨੇਤਰਾਂ ਚ ਅਥਰੂ ਆਏ? ਆ ਬੋਲ ਸੁਣ ਕੇ ਆਏ। ਰਾਏ ਬੁਲਾਰ ਸਾਹਿਬ ਨੇ ਅਹੁਦਾ ਨਹੀਂ ਵੇਖਿਆ, ਰੁਤਬਾ ਨਹੀਂ ਵੇਖਿਆ, ਲੋਕ ਨਹੀਂ ਵੇਖੇ। ਕਹਿੰਦੇ ਵੇ ਕਾਲੂਆ ਸੁਣ, ਡਰ ਭਈ ਚੱਕ ਲਿਆ ਤੈਨੂੰ। ਮਾੜਾ ਮੋਟਾ ਕਾਨੂੰਨ ਕਾਇਦੇ ਦਾ ਸ਼ਰ੍ਹਾਂ ਦਾ ਡਰ ਹੈ ਕੋਈ? ਜਦੋਂ ਕਹਿੰਦੇ ਆ ਸ਼ਬਦ ਬੋਲੇ ਉਦੋਂ ਨੇਤਰ ਭਰੇ ਸੀ। ਪਿਤਾ ਨੂੰ ਕਿੱਥੇ ਖੜਨਾ ਪੈ ਗਿਆ। ਇੰਨੇ ਕਠੋਰ ਸ਼ਬਦ ਸੀ। ਭਾਈ ਬਾਲਾ ਜੀ ਕਹਿੰਦੇ ਮੈਥੋਂ ਲਿਖੇ ਨਹੀਂ ਜਾਂਦੇ। ਕਿਉਂਕਿ ਖਰਾ ਬੰਦਾ ਜਦ ਬੋਲਦਾ ਨਾ, ਉਹ ਫਿਰ ਪੌਲਿਸ਼ ਮਾਰ ਕੇ ਨਹੀਂ ਬੋਲਦਾ, ਜੋ ਦਿਲ ਚ ਉਹੀ ਹੈ। ਕਹਿੰਦਾ ਕਲਿਆਣ ਚੰਦ ਉਮੀਦ ਨਹੀਂ ਸੀ ਤੇਰੇ ਤੋਂ। ਮੰਨਿਆ ਤੂੰ ਪਟਵਾਰੀਆਂ ਲੋਕਾਂ ਨੂੰ ਤੰਗ ਕਰੇਗਾ। ਕਿਉਂਕਿ ਰਾਏ ਸਾਹਿਬ ਰਾਜੇ ਨੇ ਜੀ। ਰਾਜੇ ਦੇ ਸਾਹਮਣੇ ਪਟਵਾਰੀ ਦੀ ਕੀ ਹੈਸੀਅਤ ਹੈ? ਅੱਜ ਦੇ ਸਮੇਂ ਦਾ ਕੋਈ ਐਮਪੀ ਕਿਸੇ ਪਟਵਾਰੀ ਨੂੰ ਝਿੜਕ ਸਕਦਾ, ਰੁਤਬਾ ਬਹੁਤ ਵੱਡਾ ਹੈ। ਉਹ ਕਿਸੇ ਆਫੀਸਰ ਦੀ ਕਲਾਸ ਲਾ ਸਕਦਾ, ਰੁਤਬਾ ਵੱਡਾ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਨੂੰ ਕਹਿੰਦੇ ਬਹੁਤ ਕੁਝ ਬੋਲਿਆ ਬੁਲਾਰ ਸਾਹਿਬ ਨੇ। ਉਹਨਾਂ ਨਹੀਂ ਵੇਖਿਆ ਤੂੰ ਮੇਰਾ ਮਿੱਤਰ ਹੈ। ਕਿਉਂ? ਜੇ ਮਿੱਤਰ ਗਲਤੀ ਕਰੇ ਤੇ ਪਰਦਾ ਪਾਵਾਂਗੇ, ਕੱਲ ਗਲਤੀ ਕੋਈ ਹੋਰ ਵੱਡੀ ਕਰਕੇ ਆਊਗਾ। ਧੀ ਪੁੱਤ ਗਲਤੀ ਕਰੇ, ਮਾਪੇ ਪਰਦੇ ਪਾਉਣਗੇ, ਕੱਲ ਨੂੰ ਹੋਰ ਨਵਾਂ ਕੰਮ ਕਰਨਗੇ। ਤੇ ਜਿਹੜੇ ਸਿਆਣੇ ਆ ਉੱਥੇ ਰੋਕ ਲੈਂਦੇ, ਉੱਥੇ ਦਲੀਲ ਕਰਦੇ ਵੀ ਪੁੱਤ ਅੱਜ ਤੇ ਕਰ ਆਇਆ, ਕੱਲ ਨੂੰ ਤੇਰੇ ਨਾਲ ਨਹੀਂ ਖੜਾਂਗੇ, ਯਾਦ ਰੱਖੀ। ਗਲਤੀ ਕਰਨ ਤੋਂ ਪਹਿਲਾਂ ਸੋਚੀ। ਕਹਿੰਦੇ ਜਦ 5-7 ਮਿੰਟ ਝਾੜ ਪਾਈ ਰਾਏ ਬੁਲਾਰ ਸਾਹਿਬ ਨੇ, ਕਲਿਆਣ ਚੰਦ ਹੱਥ ਜੋੜ ਕੇ ਖੜੇ ਹੋ, ਨਹੀਂ ਬੋਲੇ। ਸਿਆਣੇ ਆਖਰ ਨੂੰ ਪਟਵਾਰੀ ਨੇ, ਵੱਡੇ ਪਟਵਾਰੀ ਨੇ। ਕਿਉਂਕਿ ਜਦ ਵੀ ਵੱਡੇ ਤੋਂ ਵੱਡਾ ਕੋਈ ਆਫੀਸਰ ਬੋਲਦਾ ਤੇ ਛੋਟੇ ਹੱਥ ਪਿੱਛੇ ਕਰਕੇ ਖੜਦੇ ਆ। ਬੇਸ਼ੱਕ ਉਹ ਗਲਤ ਵੀ ਬੋਲੇ, ਫਿਰ ਵੀ ਸੁਣਨਾ ਪੈਂਦਾ ਏ। ਗੋਚਰਨ ਕੋ ਸੁਤ ਮਸਤਾਨਾ, ਭੇਜਿਓ ਜਿਨ ਸਭ ਖੇਤ ਚਰਾਨਾ। ਅਗਲੇ ਹੀ ਸਾਹ ਵਿੱਚ ਰਾਏ ਬੁਲਾਰ ਸਾਹਿਬ ਗੁਰੂ ਨਾਨਕ ਸਾਹਿਬ ਵੱਲ ਇਸ਼ਾਰਾ ਕਰਕੇ ਪਤਾ ਕੀ ਕਹਿੰਦੇ? ਕਹਿੰਦੇ ਪਟਵਾਰੀਆ ਤੈਨੂੰ ਪਤਾ ਤੇਰਾ ਪੁੱਤ ਝੱਲਾ ਕਮਲਾ ਮੂਰਖ ਹੈ ਇਹ।
ਆ ਸ਼ਬਦ ਵਰਤੇ ਸੀ ਉਹਨਾਂ ਨੇ। ਵੱਡੇ ਆ ਨਾ ਤੇ ਗੁਰੂ ਸਾਹਿਬ ਦੇ ਬੱਚੇ ਆ। ਕਹਿੰਦੇ ਜਦ ਤੈਨੂੰ ਪਤਾ ਇਹ ਕਿਸੇ ਕੰਮ ਦਾ ਨਹੀਂ, ਇਹਨੂੰ ਪਸ਼ੂ ਚਾਰਨ ਕਿਉਂ ਭੇਜਿਆ? ਆਖੋ ਸਤਿਨਾਮ, ਗਲਤੀ ਤੇ ਤੇਰੀ ਹੈ। ਤੈਨੂੰ ਪਤਾ ਤੇਰਾ ਪੁੱਤ ਪੜ੍ਹਦਾ ਨਹੀਂ, ਤੇਰਾ ਪੁੱਤ ਕਿਸੇ ਕੰਮ ਦਾ ਨਹੀਂ, ਇਹ ਵੱਧ ਬੋਲਦਾ ਹੈ, ਕਦੇ ਕਦੇ ਚੁੱਪ ਰਹਿੰਦਾ, ਇਹ ਮੈਂਟਲੀ ਅਪਸੈਟ, ਇਹਨੂੰ ਆਪਣੇ ਆਪ ਦਾ ਨਹੀਂ ਪਤਾ। ਤੇ ਤੂੰ ਐਡਾ ਵਗ ਦੇ ਕੇ ਲੋਕਾਂ ਦੇ ਖੇਤ ਉਜਾੜਨ ਭੇਜਿਆ। ਹਰਜਾਨਾ ਭਾਰੇ ਕਹਿੰਦੇ ਕਲਿਆਣ ਚੰਦ ਜੀ ਨੇ ਸਿਰ ਨੀਵਾਂ ਕਰ ਲਿਆ। ਜਿੱਥੇ ਜਾਣਾ ਲੋਕੀ ਮੈਨੂੰ ਇਹੀ ਕਿਉਂ ਕਹਿੰਦੇ ਨੇ? ਆਖੋ ਸਤਿਨਾਮ, ਤੇਰਾ ਪੁੱਤ ਚੱਲਾ ਹੈ, ਤੇਰਾ ਪੁੱਤ ਕਮਲ ਹੈ। ਮਾਪੇ ਖੇਡ ਜਾਂਦੇ ਨੇ ਅੰਦਰੋਂ। ਜਦ ਬਾਰ-ਬਾਰ ਕੋਈ ਔਲਾਦ ਨੂੰ ਟਾਰਗੇਟ ਕਰਦਾ ਨਾ, ਪੁੱਤ ਸਿਆਣਾ ਵੀ ਕਿਉਂ ਨਾ ਹੋਵੇ, ਲੋਕਾਂ ਦੀਆਂ ਗੱਲਾਂ ਸੁਣ ਮਾਪੇ ਵੀ ਸਮਝ ਜਾਂਦੇ ਵੀ ਹੈ ਤੇ ਚੱਲਣਾ ਚਾਹੀਏ। ਹਰੇਕ ਕਹਿੰਦਾ ਪਿਤਾ ਬੜੇ ਪਰੇਸ਼ਾਨ ਹੋਏ, ਅੰਦਰੋਂ ਅੰਦਰ ਰੋਂਦੇ ਹਨ। ਇਹ ਜੋ ਕਰਮ ਨਿਭੈ ਕਿਉਂ ਕਰਕੇ, ਗੋ ਤਨ ਲਿਹੋ ਉਜਾਰ ਭਰ ਕੇ। ਤੁਸੀਂ ਦੱਸੋ ਵੀ ਜਿਸ ਬੱਚੇ ਨੂੰ ਆਪਣੇ ਆਪ ਦਾ ਨਹੀਂ ਪਤਾ ਮੈਂ ਕੀ ਖਾਣਾ ਕੀ ਪਹਿਨਣਾ, ਤੁਸੀਂ ਐਡੀ ਵੱਡੀ ਜ਼ਿੰਮੇਵਾਰੀ ਦੇ ਕੇ ਪਸ਼ੂ ਦੇ ਕੇ ਤੋਰਤਾ, ਕਰਕੇ ਕੀ ਆਊ? ਧੰਨ ਜਿਗਰਾ ਗੁਰੂ ਨਾਨਕ ਸਾਹਿਬ ਦਾ। ਕਹਿੰਦੀ ਐਡੇ ਕੌੜੇ ਬੋਲ ਕੇ ਵੀ ਨਹੀਂ ਕਿਹਾ, ਸੁਣ ਕੇ ਨਹੀਂ ਬੋਲੇ ਵੀ ਕਿਉਂ ਬੋਲਦੇ ਹੋ ਤੁਸੀਂ ਮੈਨੂੰ ਏਦਾਂ? ਐਡੀ ਨਿਮਰਤਾ ਮਿਲ ਜੂ ਕਿ ਐਡੀ ਹਲੀਮੀ। ਉਹ ਸੁਣ ਰਹੇ ਆ ਵੱਡੇ, ਕੋਈ ਗੱਲ ਨਹੀਂ, ਕਹਿ ਲੈਣ ਦਿਓ। ਕਹਿਣ ਲੱਗੇ ਕਲਿਆਣ ਚੰਦ, ਹਰਜਾਨਾ ਭਰ ਪਸ਼ੂ ਤੈਨੂੰ ਤਾਂ ਮਿਲਨੇ ਆ ਜੇ ਉਹਦੀ ਸਾਰੀ ਜ਼ਮੀਨ ਦੀ ਗਰਦੌਰੀ ਕਰਕੇ ਜਿੰਨਾ ਉਹਦਾ ਨੁਕਸਾਨ ਹੋਇਆ ਦੁੱਗਣਾ ਦੇਣਾ। ਤੈਨੂੰ ਵੀ ਤੇ ਪਤਾ ਲੱਗੇ ਨਾਨਕ ਨੂੰ ਕਿਵੇਂ ਭੇਜੀਦਾ ਪਸ਼ੂ ਚਾਰਨ। ਤੈਨੂੰ ਜੇ ਸਮਝ ਹੀ ਨਾ ਆਈ, ਤੈਨੂੰ ਸੇਕ ਹੀ ਨਾ ਲੱਗਾ, ਅੱਜ ਇੱਕ ਦਾ ਖੇਤ ਉਜੜਿਆ ਕੱਲ ਨੂੰ ਚਾਰ ਦੇ ਉਜਾੜ ਦੇਣਗੇ। ਇਹ ਨਹੀਂ, ਮਿਸਾਲ ਕਾਇਮ ਕਰਨੀ ਹੈ ਵੀ ਜੇ ਕਿਸੇ ਦੇ ਪਸ਼ੂ ਕਿਸੇ ਦੇ ਖੇਤ ਦਾ ਉਜਾੜਾ ਕਰਦੇ ਆ ਤੇ ਪਸ਼ੂ ਚਾਰਨ ਵਾਲਾ ਵੀ ਸੋਚੇ ਤੇ ਖੇਤ ਵਾਲਾ ਵੀ ਸੋਚੇ। ਮਿਸਾਲ ਹੀ ਹੁੰਦੀ ਹੈ। ਕਹਿੰਦੇ ਉਸ ਵੇਲੇ ਕੌੜੇ ਸ਼ਬਦ ਸੁਣੇ, ਸਬਰ ਦਾ ਘੁੱਟ ਪੀਤਾ, ਹੱਥ ਜੋੜ ਕੇ ਕਹਿੰਦੇ ਜੀ ਤੁਸੀਂ ਜੋ ਜੁਰਮਾਨਾ ਲਾਉਂਗੇ, ਜੋ ਹਰਜਾਨਾ ਕਹੋਗੇ, ਮੈਂ ਭਰਨ ਨੂੰ ਤਿਆਰ ਹਾਂ। ਅਸ ਸੁਣ ਕਰ ਸ੍ਰੀ ਨਾਨਕ ਬਾਣੀ, ਬੋਲੇ ਕਲਾਵਾਨ ਗੁਣ ਖਾਨੀ। ਜਦ ਕਹਿੰਦੇ ਪਿਤਾ ਦਾ ਨਰਾਦਰ ਭਰੀ ਕਚਹਿਰੀ ਵਿੱਚ ਹੋਇਆ, ਸਰਕਾਰ ਰਾਏ ਬੁਲਾਰ ਸਾਹਿਬ ਨੇ ਆਖਿਆ ਤੇਰਾ ਪੁੱਤ ਝੱਲਾ ਕਮਲਾ ਮੱਝ ਨਹੀਂ ਬੋਲੇ। ਜਦ ਕਿ ਆਂਦਾ ਪਿਤਾ ਕਲਿਆਣ ਚੰਦ ਨੂੰ ਹਰਜਾਨਾ ਭਰ। ਗੁਰੂ ਨਾਨਕ ਸਾਹਿਬ ਮੱਝ ਨੇ ਲਾ ਕੇ ਚਾਦਰ ਸੁੱਟੀ, ਸਾਹਮਣੇ ਆ ਕੇ ਪਿਤਾ ਦੇ ਖੜ ਕੇ ਕਹਿੰਦੇ ਖਾਨ ਸਾਹਿਬ ਕਿਸ ਚੀਜ਼ ਦਾ ਹਰਜਾਨਾ ਭਰੀਏ? ਆਖੋ ਸਤਿਨਾਮ। ਸਾਰੀ ਕਚਹਿਰੀ ਵੇਖ ਰਹੀ ਹੈ, ਪਿਤਾ ਨੂੰ ਕਿੰਨਾ ਸਕੂਨ ਮਿਲਿਆ ਹੋਣਾ ਉਸ ਵੇਲੇ। ਜਿਸ ਪੁੱਤ ਨੂੰ ਸ਼ਰੇ ਬਾਜ਼ਾਰ ਝੱਲਾ ਕਮਲਾ ਆਖਿਆ ਗਿਆ ਹੋਵੇ, ਆਪਣੇ ਪਿਤਾ ਦੇ ਹੱਕ ਚ ਆ ਕੇ ਖੜ ਕੇ ਡਟ ਕੇ ਕਹਿੰਦੇ ਕਿਸ ਚੀਜ਼ ਦਾ ਹਰਜਾਨਾ? ਮੇਰਾ ਪਿਓ ਮੇਰਾ ਪਿਤਾ ਕਿਉਂ ਭਰੇ, ਮੈਨੂੰ ਦੱਸਿਆ ਜਾਵੇ। ਬਿਗਣ ਨਾ ਖੇਤੇ ਮਹਿਕ ਨਕੀਨਾ, ਤੁਮ ਕਸ ਚਾਹੋ ਉਜਾਰ ਲੀਨਾ। ਗੁਰੂ ਸਾਹਿਬ ਨੇ ਅਗਲਾ ਸ਼ਬਦ ਆਖਿਆ, ਕਹਿੰਦੇ ਅਸੀਂ ਕਿਸੇ ਦੀ ਖੇਤੀ ਨਹੀਂ ਉਜਾੜੀ, ਕਿਸੇ ਦਾ ਖੇਤ ਬਰਬਾਦ ਨਹੀਂ ਕੀਤਾ। ਨਵਾਬ ਸਾਹਿਬ ਕਿਸ ਗੱਲ ਦਾ ਹਰਜਾਨਾ ਮੇਰਾ ਪਿਤਾ ਭਰੇ, ਦੱਸਿਆ ਜਾਵੇ ਮੈਨੂੰ। ਕਹਿੰਦੇ ਜ਼ਿਮੀਦਾਰ ਬੋਲ ਪਿਆ, ਉਹ ਕਹਿੰਦਾ ਕਾਕਾ ਤੈਨੂੰ ਹੁਣ ਤੇ ਫੜ ਕੇ ਲਿਆ ਉੱਥੋਂ, ਤੇਰੀਆਂ ਗਾਵਾਂ ਮੱਝਾਂ ਅਜੇ ਤੱਕ ਮੇਰੇ ਖੇਤ ਵਿੱਚ ਖੜੀਆਂ, ਜਾ ਕੇ ਹਾਲ ਤੇ ਵੇਖ। ਗੁਰੂ ਸਾਹਿਬ ਨੇ ਉਹਦੇ ਵੱਲ ਵੇਖਿਆ, ਕੋਈ ਬੰਦੀ ਸ਼ਬਦਾਵਲੀ ਨਹੀਂ ਬੋਲੀ। ਰੱਬ ਨੇ ਨਾ ਨਿਮਰਤਾ ਕਿੰਨੀ ਹੈ, ਸਿਰਫ ਜਾਇਜ਼ ਗੱਲ ਗੁਰੂ ਸਾਹਿਬ ਬੋਲ ਰਹੇ ਆ। ਨਵਾਬ ਸਾਹਿਬ ਜੇ ਮੈਂ ਕਿਸੇ ਦਾ ਖੇਤ ਉਜਾੜਿਆ, ਮੇਰੇ ਪਿਤਾ ਨੇ ਕੋਈ ਗਲਤੀ ਕੀਤੀ ਹੈ, ਹਰਜ਼ਾਨਾ ਛੱਡੋ, ਭਰੀ ਕਚਹਿਰੀ ਸਿਰ ਵੀ ਵੱਢ ਲਿਓ, ਮੈਨੂੰ ਪਰਵਾਹ ਨਾ। ਆਖੋ ਸਤਿਨਾਮ। ਬੋਲੇ ਮਰਦਾ ਵਾਂਗੂ ਜਿਹੜੇ ਚੁੱਪਚਾਪ ਜੇ ਖੜੇ ਪਹਿਲਾਂ ਕਹਿੰਦੇ ਸੀ ਨਾ ਝੱਲਾ ਕਮੜਾ, ਦੂਜੇ ਲਾਗੇ ਸਾਰੇ। ਸੱਚੀ ਗੱਲ ਹੈ, ਜਦ ਤੱਕ ਦੁਨੀਆ ਨੂੰ ਸਹੀ ਜਾਓਗੇ ਲੋਕ ਤੁਹਾਨੂੰ ਡੰਗਰ ਤੇ ਮੂਰਖ ਸਮਝਣਗੇ। ਜਿੱਦਣ ਬੋਲਣ ਲੱਗੇ ਨਾ ਫਿਰ ਵੱਡੇ ਵੱਡੇ ਭੂਤ ਵੀ ਨੱਚਦੇ ਫਿਰਦੇ ਆ। ਕੀ ਕਹਿੰਦੇ ਸੀ ਲੋਕ, ਕਿੰਨਾ ਕੁਛ ਬੋਲੇ, ਖੇਤਾਂ 'ਚ ਵੀ ਬੋਲਦੇ ਰਹੇ, ਕਹਿੰਦੇ ਸਿਧਰਾ ਏ, ਸਧਾਰਨ ਹੈ, ਝੱਲਾ ਹੈ। ਪਿਤਾ ਸਾਹਮਣੇ ਰਾਏ ਬੁਲਾਰ ਸਾਹਿਬ ਨੇ ਵੀ ਸੁਣਿਆ ਸੁਣਾਇਆ ਕਹਿਤਾ, ਕਹਿੰਦੇ ਜਦ ਤੈਨੂੰ ਪਤਾ ਤੇਰਾ ਪੁੱਤ ਠੀਕ ਨਹੀਂ, ਤੂੰ ਕਿਉਂ ਭੇਜਿਆ ਇਹਨੂੰ? ਇਹਨੂੰ ਆਪਣੇ ਆਪ ਦਾ ਨਹੀਂ ਪਤਾ, ਸੁੱਤਾ ਰਹਿੰਦਾ ਸਾਰਾ ਦਿਨ, ਕਦੇ ਸਮੇਂ ਨਾਲ ਖਾਂਦਾ ਨਹੀਂ। ਜਿਹਨੂੰ ਆਪਣੇ ਦਾ ਆਪ ਦਾ ਨਹੀਂ ਪਤਾ, ਉਹਨੂੰ ਖੇਤਾਂ ਦਾ ਕੀ ਪਤਾ ਹੈ? ਇਹ ਸਾਰੇ ਕਹਿ ਲਓ ਵੀ ਬੱਬ ਜੀ ਲਾਦੇ
दो शब्द गुरु साहब ने बोले, सारी कचहरी डोल गई है। एक ना खेत को पात निपाते, ਬਾਦ ਬਦਤ ਤਮ ਬੈਨਰ ਸਾਤੇ। ਥੋੜੇ ਜਿਹੇ ਵੀਰ ਰਸ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਖਾਨ ਸਾਹਿਬ ਤੁਸੀਂ ਝੱਟ ਮੇਰੇ ਪਿਤਾ ਨੂੰ ਬੁਲਾ ਲਿਆ, ਨਾਮ ਇਲਜ਼ਾਮ ਮੇਰੇ ਤੇ ਆ ਵੀ ਨਾਨਕ ਨੇ ਖੇਤ ਉਜਾੜਿਆ ਤੇ ਸ਼ਿਕਾਇਤ ਕਰਨ ਵਾਲਾ ਸਾਹਮਣੇ ਖੜਾ ਹੈ, ਇਹ ਦੱਸਿਓ ਤੇ ਸਹੀ ਮੈਨੂੰ, ਮੈਂ ਤੇਰੇ ਖੇਤ ਦਾ ਇੱਕ ਪੱਤਾ ਵੀ ਤੋੜਿਆ ਹੋਵੇ, ਕਿਤੇ ਇੱਕ ਪੱਤ ਵੀ ਉਜਾੜਿਆ ਹੋਵੇ, ਇੱਕ ਬੂਟਾ ਵੀ ਪੱਟਿਆ ਹੋਵੇ। ਤੇ ਜ਼ਿਮੀਦਾਰ ਨੂੰ ਤੇ ਪਤਾ ਸੀ ਨਾ ਵੀ ਮੇਰੇ ਖੇਤ ਉਜੜਿਆ, ਉਹ ਤੇ ਇਸ ਕੌਨਫੀਡੈਂਸ ਵਿੱਚ ਹੈ, ਇਸ ਭਰੋਸੇ 'ਚ ਹੈ। ਕਹਿੰਦਾ ਵੇਖ ਲੋ ਬਲਾਰ ਸਾਹਿਬ, ਨਾਲੇ ਚੋਰ ਨਾਲੇ ਚਤਰਾਈ, ਆਖੋ ਸਤਨਾਮ। ਜ਼ਿਮੀਦਾਰ ਕਹਿੰਦਾ ਇੱਕ ਤੇ ਖੇਤੀ ਉਜਾੜੀ ਹੈ, ਦੂਜਾ ਰੋਜ਼ ਝਾੜਦੇ ਆ ਵੀ ਅਸੀਂ ਕੀ ਕੀਤਾ ਤੇ। ਕਚਹਿਰੀ ਲੱਗੀ ਹੋਈ ਜਿਵੇਂ ਕੋਰਟ ਦੇ ਵਿੱਚ ਵਕੀਲ ਬਹਿਸ ਕਰਦੇ ਆ ਨਾ, ਅੱਜ ਬਹਿਸ ਹੋ ਰਹੀ ਹੈ। ਤੇ ਗੁਰੂ ਸਾਹਿਬ ਕਹਿੰਦੇ ਚ ਮੇਰੇ ਪਿਤਾ ਦਾ ਕੋਈ ਕਸੂਰ ਨਹੀਂ, ਮੇਰਾ ਕਸੂਰ ਹੋਏਗਾ ਤੇ ਸਜ਼ਾ ਮੈਨੂੰ ਦਿੱਤੀ ਜਾਏ, ਬਾਕੀ ਅਸੀਂ ਕਿਸੇ ਦਾ ਕੋਈ ਖੇਤ ਨਹੀਂ ਉਜਾੜਿਆ, ਪੱਤਾ ਤੱਕ ਨਹੀਂ ਤੋੜਿਆ। ਤੇ ਜ਼ਿਮੀਦਾਰ ਨੂੰ ਗੁੱਸਾ ਚੜ ਗਿਆ ਹੋਊਗਾ ਵੀ ਸ਼ਰਿਆਮ ਹੀ ਝੂਠ। ਉਹਨੂੰ ਤੇ ਇਹੀ ਲੱਗਦਾ ਨਾ ਵੀ ਨਾਨਕ ਝੂਠ ਬੋਲਦੇ ਨੇ ਕਿਤੇ, ਵੀ ਮੇਰੇ ਖੇਤਾਂ 'ਚ ਅਜੇ ਤੱਕ ਇਹਦੀਆਂ ਗਾਵਾਂ ਮੱਝਾਂ ਖੜੀਆਂ ਨੇ। ਕਹਿੰਦਾ ਜਨਾਬ ਜੇ ਇਹ ਨਹੀਂ ਭਰਨਗੇ ਹਰਜਾਨਾ ਤੇ ਮੈਂ ਗਾਵਾਂ ਮੱਝਾਂ ਨਹੀਂ ਛੱਡਦਾ, ਇਹਨਾਂ ਦੀਆਂ ਮਰਜੂ ਮੈਂ ਛੱਡਦਾ ਨਹੀਂ। ਤੇ ਗੁਰੂ ਸਾਹਿਬ ਆਖਣ ਲੱਗੇ ਜ਼ਿਮੀਦਾਰ ਨੂੰ, ਕਹਿੰਦੇ ਮੈਨੂੰ ਇੱਕ ਪੱਤਾ ਟੁੱਟਿਆ ਵਿਖਾ ਦੇ, ਇੱਕ ਖਲਿਹਾਨ ਇੱਕ ਬੀਘਾ ਵੀ ਤੇਰਾ ਕਿਤੇ ਉਜੜਿਆ ਹੋਵੇ। ਕ੍ਰਿਖ ਖਾਏ ਮੈਖਣ ਧੀਨਾ, ਤੋ ਤੁਮ ਲਿਹੋ ਚਹੋ ਜੋ ਲੈਣਾ। ਤੇ ਸਤਿਗੁਰਾਂ ਨੇ ਫਿਰ ਆਖਰੀ ਬਚਨ ਆਖਿਆ, ਬੁਲਾਰ ਸਾਹਿਬ ਇੱਕ ਪੱਤਾ ਵੀ ਇਹਦੇ ਖੇਤ ਤਾਂ ਮੈਨੂੰ ਟੁੱਟਿਆ ਵਿਖਾ ਦਿਓ, ਉਜੜਿਆ ਵਿਖਾ ਦਿਓ। ਤੁਸੀਂ 2 ਗੁਣਾ ਹਰਜਾਨਾ ਕਿਹਾ, ਨਾਨਕ 4 ਗੁਣਾ ਭਰਨਗੇ, ਆਖੋ ਸਤਨਾਮ। ਪਰ ਮੇਰੀ ਗਲਤੀ ਵਿਖਾਈ ਜਾਏ, ਮੈਂ ਕਿੱਥੇ ਉਜਾੜੇ, ਮੈਂ ਜਾਣ ਬੁੱਝ ਕੇ ਕਿਹਦੇ ਖੇਤ ਵਿੱਚ ਪਸ਼ੂ ਬਾੜੇ, ਮੈਂ ਕਿਹਦੇ ਨਾਲ ਈਰਖਾ ਰੱਖੀ ਹੈ। ਜੇ ਗਵਾਰ ਤਿਤ ਬਚਨ ਪਰਤੀ ਤੋ, ਸੁਣ ਕਰ ਸਿਆਣੇ ਧਰਤ ਨਾ ਕੀਤੋ। ਤੇ ਗੁਰੂ ਸਾਹਿਬ ਨੇ ਫਿਰ ਪਤਾ ਕਿਹੜੇ ਸ਼ਬਦ ਵਰਤੇ, ਜਦੋਂ ਉਹ ਕਹਿੰਦੇ ਝੱਲਾ ਜੀ ਇਹ ਦੇਖੋ ਸ਼ਰਿਆਮ ਹੀ ਬੋਲੀ ਜਾਂਦਾ ਨੁਕਸਾਨ ਕਰਕੇ, ਮਹਾਰਾਜ ਨੇ ਇੱਕੋ ਹੀ ਗੱਲ ਆਖੀ, ਮਾੜਾ ਨਹੀਂ ਗਿਆ ਕਿਸੇ ਨੂੰ। ਕਹਿੰਦੇ ਗਵਾਰ ਸਾਹਿਬ, ਨਵਾਬ ਸਾਹਿਬ ਜੀ, ਜਿਹੜੇ ਮੂਰਖ ਲੋਕ ਹੁੰਦੇ ਆ ਉਹਨਾਂ ਦੀਆਂ ਗੱਲਾਂ ਤੇ ਇਤਬਾਰ ਕਰਕੇ ਸਿਆਣੇ ਵੀ ਮਾਰ ਖਾ ਲੈਂਦੇ ਨੇ, ਆਖੋ ਸਤਨਾਮ। ਉਹ ਵੀ ਆਪਣੀ ਬਰਬਾਦੀ ਕਰਾ ਲੈਂਦੇ ਨੇ ਮੂਰਖ ਦੇ ਪਿੱਛੇ ਲੱਗ ਕੇ। ਇਹ ਮੂਰਖਾਂ ਲੋਕ ਨੇ, ਬਹਿਸ ਕਰਦੇ ਨੇ, ਲੜਦੇ ਭਿੜਦੇ ਨੇ, ਵਕਤੀ ਤੌਰ ਤੇ ਭਾਵੁਕ ਹੁੰਦੇ ਨੇ। ਨਵਾਬ ਸਾਹਿਬ ਐਸਾ ਕੁਝ ਵੀ ਨਹੀਂ ਹੈ, ਮੇਰੇ ਪਿਤਾ ਨੂੰ ਕੋਈ ਐਸਾ ਸ਼ਬਦ ਨਾ ਬੋਲਿਆ ਜਾਵੇ ਜਿਸ ਕਰਕੇ ਤੋਹੀਨ ਹੋਵੇ, ਪੁੱਤਰ ਹੋਵੇ ਤੇ ਐਸਾ ਹੋਵੇ ਵਰਨਾ ਨਾ ਹੋਵੇ, ਆਖੋ ਸਤਨਾਮ। ਜਿਹਨੂੰ ਪਤਾ ਮੇਰੇ ਮਾਂ-ਬਾਪ ਦੀ ਇੱਜ਼ਤ ਰੱਬ ਵਰਗੀ ਹੈ, ਬਰਜੂ ਦੀ ਉਹਨਾਂ ਤੇ ਕੋਈ ਆਂਚ ਨਹੀਂ, ਕੋਈ ਕੁਛ ਕਹਿੰਦੇ ਆ। ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਨਵਾਬ ਸਾਹਿਬ ਸੋਚਣ ਲਈ ਮਜਬੂਰ ਹੋਏ ਵੀ ਜੇ ਇਹ ਬੱਚਾ ਐਡੇ ਠਰਮੇ ਨਾਲ ਬੋਲਦਾ ਹੈ, ਕੋਈ ਤੇ ਗੱਲ ਹੈ ਨਹੀਂ। ਗੁਨਾਹਗਾਰ ਦੀ ਤੇ ਜ਼ੁਬਾਨੀ ਖੁੱਲਦੀ ਹੁੰਦੀ, ਕੋਰਟ ਕਚਹਿਰੀ 'ਚ ਜਾ ਕੇ ਵੇਖੋ ਅਪਰਾਧੀ ਬੋਲਦਾ ਹੁੰਦਾ ਜੀ, ਕਦੇ ਸੁਣ ਖੜਿਆ ਹੁੰਦਾ ਕੁੱਕੜੀ ਵਾਂਗੂ, ਤੇ ਜਿਹਨੇ ਗਲਤੀ ਨਹੀਂ ਕੀਤੀ ਉਹ ਕੁੱਦ ਪੈਂਦਾ, ਕਹਿੰਦਾ ਜੀ ਝੂਠਾ ਕੇਸ ਹੈ, ਫਸਾਇਆ ਜਾ ਰਿਹਾ, ਐਸਾ ਕੁਝ ਨਹੀਂ। ਉਹ ਅਦਾਲਤ ਤੋਂ ਬਾਹਰ ਆ ਕੇ ਵੀ ਬਿਆਨ ਦਿੰਦੇ, ਉੱਥੇ ਵੀ ਦਿੰਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਪਸ਼ਟ ਕਹਿ ਦਿੱਤਾ, ਨਵਾਬ ਸਾਹਿਬ ਮੈਂ ਤੁਹਾਡਾ ਸਤਿਕਾਰ ਕਰਦਾ, ਤੁਹਾਡਾ ਅਦਬ ਅਦਾਬ ਕਰਦਾ, ਪਰ ਇਹ ਜ਼ਿਮੀਦਾਰ ਝੂਠ ਬੋਲਦਾ ਹੈ। ਪਤਾ ਕੋਲ ਜਾ ਕੇ, ਕਿਉਂਕਿ ਸੱਚਮੁੱਚ ਜ਼ਿਮੀਦਾਰ ਈਰਖਾ ਵਸ ਵਿੱਚ ਇੱਥੇ ਤੱਕ ਆਇਆ ਸੀ, ਈਰਖਾ ਹੀ ਸੀ ਉਹਨੂੰ, ਨਹੀਂ ਇੱਥੇ ਆਉਣ ਦੀ ਕੀ ਲੋੜ ਸੀ। ਕਲਿਆਣ ਚੰਦ ਜੀ ਦੇ ਘਰੇ ਜਾਂਦਾ, ਹੁਣ ਆਪਣੀ ਆਂਢ ਗੁਆਂਢ 'ਚ ਲੜਾਈ ਹੋਵੇ ਸੁਭਾਵਿਕ ਗੱਲ ਹੈ। ਜੇ ਤੇ ਸਾਡਾ ਮਾੜਾ ਮੋਟਾ ਹੈ ਭਾਈਚਾਰਾ, ਕੋਈ ਗੁਆਂਢ 'ਚ ਅਸੀਂ ਘਰ ਜਾ ਕੇ ਗੱਲ ਸੋਲਵ ਕਰ ਲਈ ਵੀ ਸੌਰੀ ਯਾਰ ਮੇਰੇ ਤੋਂ ਗਲਤ ਹੋ ਗਿਆ, ਇਹ ਗਲਤੀ ਹੋ ਗਈ। ਪਰ ਜਿਹਦੀ ਨਹੀਂ ਹੁੰਦੀ ਉਹ ਕਿੱਥੇ ਜਾਂਦਾ, ਥਾਣੇ ਜਾਂਦੇ ਆ। ਬੜੇ ਗਵਾਂਢੀ ਇਕੱਠੇ ਹੋਏ ਬੈਠੇ ਤੇ ਥਾਣੇ ਜੋ ਕਿ ਈਰਖਾ ਵਸ ਹੋ ਕੇ ਜਾਂਦੇ ਵੀ ਇਹਨੂੰ ਹੁਣ ਤਾਰੇ ਵਿਖਾਉਂਗੇ, ਇਹਨੂੰ ਸਾਰਾ ਕੁਝ ਇਹਨੂੰ ਪਤਾ ਲੱਗੇ ਸਾਡੇ ਦਾ ਬੰਦਾ ਲੈ। ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਲਿਆਣ ਚੰਦ ਦੀ ਚੜ੍ਹਤ ਤੋਂ ਵੀ ਕਿਤੇ ਨਾ ਕਿਤੇ ਕਿਸਾਨ ਪਰੇਸ਼ਾਨ ਸੀ, ਜਿਹਨੇ ਹੋਰਾਂ ਨੂੰ ਨਾਲ ਲੈ ਕੇ ਜਾ ਕੇ ਕਿੱਥੇ ਕਚਹਿਰੀ 'ਚ ਸ਼ਿਕਾਇਤ ਕੀਤੀ, ਉਹਦਾ ਤੇ ਕੋਰਟ ਉਹੀ ਸੀ ਨਾ, ਰਾਜਪਾਲ ਸਾਹਿਬ ਰਾਜੇ ਨੇ ਰਾਏ ਭੋਜ ਦੀ ਤਲਵੰਡੀ ਦੇ। ਕਹਿੰਦੇ ਉਹਨਾਂ ਕੋਲ ਜਾ ਕੇ ਪੇਸ਼ ਹੋਏ, ਸਿਰਫ ਇਸ ਕਦਰ ਜਦ ਪਟਵਾਰੀ ਜੀ ਨੂੰ ਹਰਜਾਨਾ ਲੱਗੂਗਾ, ਹਰਜਾਨਾ ਹਰਜੂਨਾ ਨਹੀਂ ਦੁਖਦਾ, ਇਹ ਇੱਜ਼ਤ ਬਹੁਤ ਵੱਡੀ ਚੀਜ਼ ਹੁੰਦੀ ਹੈ। ਲੋਕੀ ਕਹਿਣਗੇ ਫਲਾਣੇ ਨੂੰ ਹਰਜਾਨਾ ਪਿਆ ਸੀ। ਆਹ ਹੁਣ ਜਦੋਂ ਆਪਾਂ ਨੌਕਰੀਆਂ ਕਰਦੇ ਆ,
ਕਿਸੇ ਬੰਦੇ ਨੂੰ ਥੋੜਾ ਜਿਹਾ ਜੁਰਮਾਨਾ ਲੱਗ ਜਾਏ ਕਿਸੇ ਗੱਲ ਦਾ, ਕਿੰਨਾ ਕੁ ਹੁੰਦਾ 500 400 5000 ਗੱਲ 5-4000 ਦੀ ਨਹੀਂ ਹੁੰਦੀ। ਨੌਕਰੀ ਵਿੱਚ ਇੱਕ ਧੱਬਾ ਲੱਗ ਜਾਂਦਾ ਵੀ ਇਸ ਬੰਦੇ ਨੂੰ ਇਹ ਜੁਰਮਾਨਾ ਲੱਗਾ ਸੀ ਨੇ ਆਹ ਗਲਤੀ ਕੀਤੀ ਸੀ। ਬੜਿਆਂ ਲੋਕਾਂ ਨੂੰ 100 ਰੁਪਏ ਲੱਗਦੇ ਜੁਰਮਾਨੇ ਡਿਪਾਰਟਮੈਂਟਾਂ 'ਚ। 100 ਰੁਪਏ ਦੀ ਚੀਜ਼ ਹੁੰਦੀ, ਖੜਾ ਚਾਹ ਪੀ ਜਾਂਦਾ ਬੰਦਾ। ਪਰ ਉਹਨੂੰ ਪੁੱਛੋ ਜਿਹਨੂੰ 100 ਦਾ ਹਰਜਾਨਾ ਲੱਗਿਆ ਹੋਇਆ ਨਾ, ਕਿੰਨੇ ਸਾਲ ਚੱਪਲਾਂ ਘਸ ਗਈਆਂ ਉਹ ਹਰਜਾਨਾ ਮਾਫ ਕਰਾਉਣ ਵਾਸਤੇ, ਭੱਤੇ ਵੀ ਰਗੜੇ ਗਏ। ਆਖੋ ਸਤਿਨਾਮ। ਉਹਦੀ ਲਪੇਟ 'ਚ ਕਿੰਨਾ ਕੁਛ ਆ ਜਾਂਦਾ। ਭਰੇ ਦਰਬਾਰ ਵਿੱਚ ਹਰਜਾਨਾ ਲਗਾਉਣਾ ਚਾਹੁੰਦਾ ਸੀ ਉਹ ਜ਼ਿਮੀਂਦਾਰ ਜੋ ਈਰਖਾ ਦਾ ਭਰਿਆ ਹੋਇਆ ਏ। ਉਹਨ ਬੋਲਿਆ ਸੁਣ ਕਰ ਕ੍ਰਿਕਾਰ, ਸਾਬਤ ਏਕ ਨਾ ਕੌਣ ਕਿਦਾਰਾ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਨਾ ਜ਼ਿਮੀਂਦਾਰ ਭੜਕ ਕੇ ਗੁਰੂ ਸਾਹਿਬ ਨੂੰ ਪੈ ਗਿਆ। ਕਹਿੰਦਾ ਬਾਲਕ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ, ਖੇਤ ਦਾ ਪਤਾ ਨਹੀਂ ਟੁੱਟਿਆ, ਤੂੰ ਇਹ ਦੱਸ ਵੀ ਪੱਤਾ ਸਾਬਤ ਕਿਹੜਾ ਏ। ਹੋਇਆ ਤੇ ਇਦਾਂ ਹੀ ਹੈ, ਪਸ਼ੂਆਂ ਨੇ ਛੱਡਿਆ ਤੇ ਕੁਝ ਵੀ ਨਹੀਂ ਨਾ। ਪਰ ਚਲੋ ਉਹ ਅਲੱਗ ਗੱਲ ਹੈ ਵੀ ਖੇਤ ਬਰਬਾਦ ਹੋ ਗਏ, ਕੋਈ ਨਹੀਂ, ਪਿਤਾ ਕੋਲ ਜਾ ਕੇ ਬਹਿ ਜਾਂਦਾ, ਗੱਲ ਕਰ ਲੈਂਦਾ। ਬੱਚਿਆਂ ਦੀ ਗਲਤੀ ਫਿਰ ਕੀ ਹੋਇਆ, ਚਲੋ ਜੇ ਮੰਨਿਆ ਨਿਆਣਿਆਂ ਦੇ ਕੇ ਸਕੂਲ ਕਚਹਿਰੀ ਥੋੜਾ ਜਾਂਦੇ ਹੁੰਦੇ ਆ, ਘਰ ਬਹਿ ਕੇ ਸੁਝਾ ਲਏ ਜਾ ਸਕਦੇ ਆ। ਜ਼ਿਮੀਂਦਾਰ ਗੁਰੂ ਸਾਹਿਬ ਨੂੰ ਬੋਲਿਆ ਟੁੱਟ ਕੇ, ਕਹਿੰਦਾ ਕਾਕਾ ਜਾ ਕੇ ਵੇਖ ਤੇ ਸਹੀ, ਸਾਰਾ ਖੇਤ ਖਲਿਹਾਨ ਉਜਾੜਿਆ ਪਿਆ, ਮੈਂ ਕੋਈ ਝੂਠ ਨਹੀਂ ਬੋਲਦਾ। ਇੰਨੇ ਜ਼ਿਮੀਂਦਾਰ ਚੱਲ ਕੇ ਆਏ ਨੇ, ਇਹਨਾਂ ਚੋਂ ਇੱਕ ਵੀ ਕੋਈ ਝੂਠਾ ਨਹੀਂ। ਅਠਵੋ ਮਾਨਵ ਹੀਰੇ ਤਾਸੋ, ਮੈਂ ਨਾ ਕਹੂੰ ਕੂਰ ਤੁਮ ਪਾਸੋ। ਤੇ ਉਸ ਵੇਲੇ ਨਵਾਬ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਜ਼ਿਮੀਂਦਾਰ ਕਹਿੰਦਾ ਵੇਖੋ ਸਰਕਾਰ, ਮੈਂ ਕੀ ਬੋਲਦਾ, ਨਾਨਕ ਕੀ ਬੋਲਦੇ ਆ, ਹੋ ਸਕਦਾ ਸਾਡੇ ਦੋਨਾਂ 'ਚ ਕੋਈ ਸੱਚ ਝੂਠ ਬੋਲਦਾ ਹੋਵੇ। ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੋ, ਆਪਣੇ ਬੰਦਿਆਂ ਨੂੰ ਭੇਜੋ, ਜਾ ਕੇ ਅੱਖੀ ਮੌਕਾ ਵੇਖ ਕੇ ਆਉਣਾ। ਉਹ ਤਾਂ ਨਹੀਂ ਵਿਖੇ ਹੋਣਗੇ ਨਾ। ਤੁਹਾਡੇ ਜਦੋਂ ਅਹਿਲਕਾਰ ਜਾਣਗੇ, ਤੁਹਾਡੇ ਜਦੋਂ ਕਾਰਦਾਰ ਜਾਣਗੇ, ਗਰਦੌਰੀ ਕੀਤੀ ਜਾਊਗੀ, ਉਹ ਸਮਾਂ ਵੇਖਿਆ ਜਾਊਗਾ, ਉਹ ਕਾਗਜ਼ ਖੋਲਣਗੇ ਨਾ ਵੀ ਖੇਤੀ ਕਿੰਨੀ ਉਜੜੀ ਹੈ, ਕਿਹਨੇ ਉਜਾੜੀ ਹੈ, ਕੌਣ ਸੱਚਾ ਤੇ ਕੌਣ ਝੂਠਾ। ਮੇਰੇ ਕਿਹਾ ਮੈਂ ਸੱਚਾ ਨਹੀਂ, ਇਹਨਾਂ ਦੇ ਕਿਹਾ ਇਹ ਝੂਠੇ ਨਹੀਂ। ਪਤਾ ਕਰੋ। ਨਵਾਬ ਸਾਹਿਬ ਨੇ ਉਸੇ ਵੇਲੇ ਆਪਣੇ ਸਾਥੀਆਂ ਨੂੰ ਬੁਲਾਇਆ ਕੋਲੇ, ਜਿਹੜੇ ਉਹਨਾਂ ਦੇ ਨੌਕਰ ਸੀ। ਕਹਿੰਦੇ ਭਾਈ ਜ਼ਿਮੀਂਦਾਰ ਦੇ ਖੇਤਾਂ ਵਿੱਚ ਜਾ ਕੇ ਮੌਕਾ ਵੇਖਿਆ ਜਾਏ, ਜਿੱਥੇ ਮੱਝਾਂ ਗਾਵਾਂ ਨੇ, ਉਹ ਕਹਿੰਦੇ ਇਹਨਾਂ ਦੀਆਂ ਗਾਵਾਂ ਮੱਝਾਂ ਉੱਥੇ ਹੀ ਨੇ, ਉੱਜੜਿਆ ਪਿਆ ਸਾਰਾ ਕੁਝ। ਜੇ ਮੈਂ ਝੂਠ ਬੋਲਦਾ ਦੱਸੋ ਜੀ, ਫਿਰ ਕਲਿਆਣ ਚੰਦ ਦੀਆਂ ਮੱਝਾਂ ਮੇਰੇ ਖੇਤ ਵਿੱਚ ਕਿਵੇਂ ਖੜੀਆਂ ਨੇ। ਹੁਣ ਤੇ ਵਿਸ਼ਵਾਸ ਹੈ ਵੀ ਮੈਂ ਆਪਣੇ ਜ਼ਿਮੀਂਦਾਰ ਸਾਥੀਆਂ ਨੂੰ ਛੱਡ ਕੇ ਆਇਆ, ਮੱਝਾਂ ਉੱਥੇ ਵਾਲੀਆਂ ਹੋਈਆਂ ਨੇ, ਬਾੜ ਕੀਤੀ ਬਾਹਰ ਕੰਡਿਆਂ ਦੀ, ਜਿਹੜੀ ਬਾੜ ਟੱਪ ਕੇ ਉਹ ਆਈਆਂ ਸੀ, ਵੀ ਮੱਝਾਂ ਇਹਨਾਂ ਦੀਆਂ ਹੋਣਗੀਆਂ ਨਾ। ਜਾਂ ਤੇ ਕਹਿ ਦੇਣ ਵੀ ਸਾਡੇ ਪਸ਼ੂ ਨੂੰ ਫਿਰ ਮੇਰੇ ਆ। ਚਲਾਕੀ ਖੇਡੇ ਜ਼ਿਮੀਂਦਾਰ। ਕਹਿੰਦਾ ਜੀ ਜਾ ਕੇ ਮੌਕਾ ਵਿਖਾਇਆ ਜਾਏ, ਸਰਕਾਰੀ ਬੰਦੇ ਜਾਣ, ਸਰਕਾਰੀ ਤੰਤਰ ਜਾਏ, ਜਾ ਕੇ ਵੇਖਿਆ ਜਾਏ ਫਸਲ ਬਰਬਾਦ ਹੈ ਜਾਂ ਹਰੀ ਭਰੀ ਖੜੀ ਹੈ। ਜੁਗਮ ਬਚਨ ਸੁਣ ਸੰਤੇ ਆਇਆ, ਨਿਰਣੈ ਕਾਰਨ ਮੁਨਜ ਪਠਾਇਆ। ਕਹਿੰਦੇ ਉਸ ਵੇਲੇ ਰਾਏ ਬੁਲਾਰ ਸਾਹਿਬ ਨੇ ਨਾ ਅਹਿਲਕਾਰ ਭੇਜਿਆ, ਕਹਿੰਦੇ ਜਾਓ, ਤੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦੇ ਭਾਈ ਪੁੱਤ ਤੂੰ ਵੀ ਚੱਲ ਨਾਲ, ਮੱਝਾਂ ਗਾਵਾਂ ਤੇਰੀਆਂ ਉੱਥੇ ਨੇ, ਤੂੰ ਜਾ ਕੇ ਦੱਸਦੇ ਸੀ। ਕਹਿੰਦੇ ਜਦ ਗੁਰੂ ਸਾਹਿਬ ਗਏ ਨਾ, ਮਤ ਨੇ ਨੇਤਰ ਭਰ ਕੇ ਖੇਤਾਂ ਵੱਲ ਵੇਖਿਆ, ਬਸ ਖੇਡ ਵਾਪਰ ਗਈ। ਜ਼ਿਮੀਂਦਾਰ ਦਾ ਖੇਤ ਸੀ, ਉਹ ਵੀ ਨਾਲ ਤੁਰਿਆ ਜਾਂਦਾ ਹੈ, ਉੱਥੇ ਕੁੱਦ ਪੈਂਦਾ ਗੁਰੂ ਸਾਹਿਬ ਨੂੰ ਵੀ ਇਹਨੇ ਮੇਰੀ ਖੇਤੀ ਖਰਾਬ ਕੀਤੀ ਹੈ। ਉਹ ਵਿਖਾਉਣਾ ਚਾਹੁੰਦਾ ਵੀ ਪਤਾ ਲੱਗੇ ਪਟਵਾਰੀ ਵੱਡਾ ਕਿ ਜ਼ਿਮੀਂਦਾਰ ਵੱਡਾ, ਪੰਗਾ ਕਿਹਦੇ ਨਾਲ ਹੈ। ਕਹਿੰਦੇ ਜਦੋਂ ਖੇਤੀ ਕੋਲ ਚੱਲ ਕੇ ਆਏ, ਵੱਟਾਂ ਕੋਲ ਖੜ ਕੇ ਵੇਖਿਆ, ਗਰਦੌਰੀ ਕਰਨ ਲੱਗੇ ਆ ਵੀ ਕਿੰਨਾ ਖੇਤ ਉਜੜਿਆ। ਹੈਰਾਨ ਹੋ ਗਏ ਸਾਰੇ ਜਿਹੜੇ ਬੰਦੇ ਭੇਜੇ ਆ। ਉੱਤੇ ਨਾ ਹੁਣ ਕਲਿਆਣ ਚੰਦ ਜੀ ਦੇ ਨੇ, ਨਾ ਜ਼ਿਮੀਂਦਾਰ ਦੇ, ਇੰਡੀਪੈਂਡੈਂਟ ਨੇ, ਉੱਤੇ ਆਜ਼ਾਦ ਨੇ, ਸਰਕਾਰੀ ਤੰਤਰ ਦੇ ਕਰਮਚਾਰੀ ਨੇ। ਉਹ ਉਹੀ ਬੋਲਣਗੇ ਜੋ ਅੱਖੀ ਵੇਖਿਆ ਹੁੰਦਾ ਏ। ਹੇਰਿਓ ਫਿਰ ਕੇ ਨਰ ਚੌਂਕਾਤੀ, ਬਿਗਣ ਨਾ ਦੀਸੈ ਮੁਰਿਓ ਤਹਾਂ ਤੇ। ਆਖਰਕਾਰ ਉਸ ਜ਼ਿਮੀਂਦਾਰ ਦੇ ਮਨ ਵਿੱਚ ਰਸਤੇ ਵਿੱਚ ਹੀ ਆਇਆ ਵੀ ਮੈਂ ਨਾਲ ਕਿਉਂ ਚੱਲਿਆ, ਮੈਨੂੰ ਤੇ ਜਾਣਾ ਨਹੀਂ ਚਾਹੀਦਾ। ਬਹਾਨਾ ਲਾ ਕੇ ਵਾਪਸ ਆ ਗਿਆ ਵੀ ਜੇ ਮੈਂ ਖੜੂੰਗਾ ਕੱਲ ਨੂੰ ਕਲਿਆਣ ਚੰਦ ਕਹਿ ਸਕਦੇ ਆ ਜਿਹਨੇ ਵੱਧ ਘੱਟ ਲਿਖਾਤਾ। ਦੁਨੀਆ ਨੇ ਸਲਾਹ ਦਿੱਤੀ, ਵਾਪਸ ਆ ਗਿਆ। ਗੁਰੂ ਸਾਹਿਬ ਇਕੱਲੇ ਨਾਲ ਨੇ,
सतगुर सच्चे पातशाह भी जंगल वाले पासे चले गए, गेड़ी गुड़ी ला के भी वापस आ गए। बाकी बंदे जिन्होंने दसिया गया सी फलानी थां ते फलानी थां है, खसरा नंबर इन्ना है, आ फर्द दी थां है, इत्थे इत्थे आ एरिया लगता है, फसल वेखी। कहते जी उन्हें सारी फसल दूर दूर तक वेखी, उन्होंने लग्या नहीं किते पशु बड़े होण। जड़ियां निशानियां दसियां, फलाना रुख लगा इधरले पासे, चारगाह बनी हुई है, कंडे विछाए हुए ने, झाड़ियां लाइया हुई ने, कहते सारियां थावां मौजूद ने, पर किते भी उन्हां लोकां जो वेखण आए ने मौका वो थां नहीं लभी जिथे गावां मੱਝਾਂ ने खेत उजाड़े होवण। आए राए सो बात जनाई, मैं हेरी फिर के चौकाई। कहते जिमीदार बड़ा खुश कचहरी च आया होया, कहता लै रिपोर्ट आउण वाली है अपनी, खुश है ना भी इन्हां दी बेइज्जती होगी ते साडी होगी, बल्ले बल्ले असीं सच्चे हां। कहते जी वो बंदे आ गए, नवाब साहब के सामने मत्था टेक बह गए। राय बलार साहब कहते भाई मौका की वेखिया, दो जने असीं खड़े होके आखण लगे, कहते जनाब असीं अपने खसरा नंबर छड्ड के दूजियां दे भी वेख आए, राय भोए दी तलवंडी दीयां जूहां टप के नेड़े दे पिंडां दीयां जमीनां भी देख आए, सानू ते किते एक बीघा भी नहीं लभ्या। बीघा समझदे हो ना, भी किते किसे पशु डंगर ने उजाड़िया होवे। जिस पासे भाई साहब कहते जमीन खराब हुई है, उधर ते फसलें बड़ी हरी भरी है, खुदा नाम इधर ते बहुत ज्यादा फसल हरी भरी है। जिमीदार बड़ा परेशान, उन्होंने लगे भी किते बंदे मिल गए। पटवारी साहब खेड़ खेड़ गए, कोई दैया मुझ बेईमान जिन्हें देखिया मेरे खेत उजड़िया, उन्होंने गल कितनी है तुम्हें? वो कहते जी कोई खेत नहीं उजड़िया, जिमीदार झूठ बोलता है। ਹੁਣ ਜਿਹੜਾ ਬੰਦਾ ਜੀ ਉੱਛੜ ਕੇ ਕਹਿੰਦਾ ਸੀ ਦੁੱਧ ਦਾ ਦੁੱਧ ਕਰੋ, ਪਾਣੀ ਦਾ ਪਾਣੀ ਕਰੋ, ਫਿਰ ਉਹਦੇ ਤੇ ਹੁਣ ਕੀ ਬੀਤੂਗੀ? ਅੰਦਰੋਂ ਬੜਾ ਪਰੇਸ਼ਾਨ ਹੈ ਜ਼ਿਮੀਂਦਾਰ। ਉਹ ਕਹਿੰਦਾ ਮੈਂ ਜਾ ਕੇ ਵਿਖਾ ਕੇ ਆਉਣਾ ਨਾਲ ਵੀ ਕਿੱਥੇ ਕਿੱਥੇ ਉਜੜਿਆ, ਲੱਗਦਾ ਇਹ ਬੰਦੇ ਰਸਤੇ 'ਚ ਹੀ ਮੁੜੇ ਆਏ ਹੋਣੇ, ਕਿਉਂਕਿ ਸਰਕਾਰੀ ਬੰਦਿਆਂ ਦਾ ਤਾਂ ਕੋਈ ਪਤਾ ਨਹੀਂ ਨਾ ਹੁੰਦਾ, ਕਾਗਜ਼ਾਂ 'ਚ ਹੀ ਬੜਾ ਕੁਝ ਹੋਇਆ ਹੁੰਦਾ, ਸੜਕਾਂ ਵੀ ਬਣੀਆਂ ਹੁੰਦੀਆਂ ਨੇ, ਨਦੀਆਂ ਨਾਲੇ ਵੀ ਕੱਢੇ ਹੁੰਦੇ ਆ, ਤੇ ਅਸਲ 'ਚ ਹੁੰਦਾ ਕੀ ਹੈ ਗਰਾਊਂਡ ਤੇ ਕੁਝ ਵੀ ਨਹੀਂ, ਕਿਤੇ ਨਾ ਕਿਤੇ ਚਿੰਤਾ ਪੈ ਗਈ। ਸੋ ਸਮਾਂ ਸਮਾਪਤ ਹੈ ਜੀ, ਅੱਗੇ ਕੀ ਹੋਊਗਾ? क्योंकि आप बड़ा सौखा इन्हां प्रसंगां नूं सुन के छड्ड दईदा शौक च भी खेती उजड़ गई, आ करता ओ करता, किन्नियां मुश्किलां गुरु साहब ने फेस कीतियां, की जमाने ने उन्हां नाल कीता, परिवार नाल की होया। सच्ची ये गल्लां बहुत गहरियां ने। भाई बाला जी खडूर साहब की धरती ते सुणाउंदे आ, गुरु अंगद देव पातशाह दे नेत्रां च सोसण हंझू आ रहे आ। महाराज जे रब नूं लोक इन्ना कुछ कह सकदे, असीं क्यों गुस्सा करी फिरदे आ? खुदा दा नाम सानू कोई गाला कढ़ जू, माड़ा कह जू, असीं ते साडा मूंह बनया हुंदा मैनूं इदां किदां कहदा। पर प्यारिओ रब नूं लोकां ने किथे किथे नहीं खड़ाया। कचहरियां भी, बाहरलियां थावां भी, मापियां दे सामने भी जलील करन दी कोशिश कीती। पॉजिटिव पॉइंट की है, दुनिया दुखी करना चाहुंदी सी, पर गुरु नानक कदे दुखी नहीं होया। खुदा दा नाम ये बड़ा गुण है। जिवें पातशाह की कृपा हो, कल के दीवाना आनंद माणांगे। वाहिगुरू वाहिगुरू।